सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जेता जियो पिंड सब तेरा तू अंतर जामी पुरख भगवान। दासन दास कहे जन नानक जेहा तू कराए तेहा हौं करी वखियान। सतनाम श्री वाहिगुरु साहिब जीओ। श्री राग महला तीजा घर पहला। जिस ही की सिरकार है तिस ही का सब कोय। गुरमुख कार कमावणी सच कट प्रगट होए। अंतर जिसकै सच वसै सच्चे सच्ची सोए। सच मिले से ना विछड़ै तिन निज कर वासा होए। मेरे राम मैं हर बिन अवर न कोय। सतगुर सच प्रभ निर्मला शब्द मिलावा होए। रहाओ शब्द मिलै सो मिल रहै जिसनो आप लए मिलाए। शब्द मिलै सो मिल रहै जिसनो आपे लए मिलाए। दूजै भाए को ना मिलै फिर आवै जाए। सब मह एक वरतदा एको रहा समाए। जिसनो आप दयाल होए सो गुरमुख नाम समाए। पढ़ पढ़ पंडित जोत की वाद करें विचार। मत बुद्ध भवी न बुझई अंतर लोभ विकार। लख 84 भरम दे भ्रम भ्रम होए खुआर। पूर्व लिखिया कमावना कोई न मिटन हार। सतगुर की सेवा गाखड़ी सिर दीजै आप गवाए। शब्द मिलै तां हर मिलै सेवा पवै सब थाएं। पारस परसिया पारस होए ज्योति जोत समाए। जिनको पूरब लिखिया तिन सतगुर मिलिया आए। मन भुखा भुखा मत करें मन भुखा भुखा मत करें मत तू करें पुकार। लख 84 जिन सिरी सब सै दे आधार। निरभउ सदा दयाल है सब ना करदा सार। नानक गुरमुख बूझिए पाइए मोख द्वार। वाहिगुरु जी का खालसा वाहिगुरु जी की फतेह। जुगो जुग अटल चवर छत्र तख्त दे मालिक
ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਸਵੇਰ ਦੇ ਟਾਈਮ ਦੇ ਉੱਪਰ ਜੋ ਇੰਡੀਆ ਦੇ 8 ਵੱਜ ਚੁੱਕੇ ਹਨ, ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਗੁਰਬਾਣੀ ਵਿਚਾਰ ਲੈ ਕੇ ਆਪ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਨੇ ਆ, ਜਿਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਰਾਗ ਸ਼੍ਰੀ ਰਾਗ ਦੇ ਹੁਣ ਤੱਕ 35 ਨੰਬਰ ਸ਼ਬਦ ਤੱਕ ਆਪਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 36 ਨੰਬਰ ਸ਼ਬਦ ਹੈ ਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਤੀਸਰਾ ਸ਼ਬਦ ਹੈ ਜੋ ਸ਼੍ਰੀ ਰਾਗ ਦੇ ਵਿੱਚ ਦਰਜ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਖਸ਼ਿਸ਼ ਨੂੰ ਆਪਾਂ ਜਾਣਨ ਤੇ ਸਮਝਣ ਦਾ ਯਤਨ ਕਰ ਰਹੇ ਹਾਂ, ਤਾਂ ਕਿ ਆਪਾਂ ਸਤਿਗੁਰੂ ਕੀ ਪਾਵਨ ਮੱਤ ਦੇ ਨਾਲ ਜੁੜ ਕੇ ਆਪਣੀ ਮੱਤ ਨੂੰ ਗੁਰੂ ਦੀ ਮੱਤ ਦੇ ਨਾਲ ਮੇਲ ਕਰਾ ਸਕੀਏ ਤੇ ਸਾਡੀ ਮੱਤ ਸੰਸਾਰੀ ਸੋਚਾਂ ਨੂੰ ਛੱਡ ਕੇ ਧੰਨ ਸਤਿਗੁਰੂ ਗੁਰੂ ਸ਼ਬਦ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਸਮਾ ਜਾਵੇ। ਸਾਡੀ ਸੋਚ ਦਾ ਇੱਕ ਦਾਇਰਾ ਹੈ, ਅਸੀਂ ਇੱਕ ਸੀਮਤ ਸੋਚ ਦੇ ਧਾਰਨੀ ਆ। ਜਦ ਤੱਕ ਅਸੀਂ ਆਪਣੇ ਵਲਵਲਿਆਂ, ਆਪਣੀਆਂ ਵਿਚਾਰਾਂ ਤੇ ਆਪਣੀ ਮੱਤ ਪਿੱਛੇ ਤੁਰਾਂਗੇ, ਸਾਡੀ ਸੀਮਤ ਰਹੇਗੀ ਸੋਚ, ਸਾਡੀ ਸੌੜੀ ਸੋਚ ਹੋਵੇਗੀ, ਛੋਟੀ ਸੋਚ ਹੋਵੇਗੀ, ਸਾਡੇ ਵਿਚਾਰ ਛੋਟੇ ਹੋਣਗੇ, ਸਾਡੇ ਖਿਆਲਾਤ ਛੋਟੇ ਹੋਣਗੇ। ਗੱਲ ਕੀ ਬਾਰ-ਬਾਰ ਸਾਡੇ ਅੰਦਰ ਅਵਗੁਣਾਂ ਦਾ ਵੱਧ ਤੋਂ ਵੱਧ ਪ੍ਰਸਾਰਾ ਹੋਵੇਗਾ। ਪਰ ਜਦੋਂ ਅਸੀਂ ਆਪਣੀ ਸੋਚ ਅਕਾਲ ਪੁਰਖ ਨਾਲ ਜੋੜ ਦੇਵਾਂਗੇ, ਜਦੋਂ ਆਪਣੀ ਸੁਰਤ ਗੁਰੂ ਸ਼ਬਦ ਵਿੱਚ ਟਿਕਾ ਕੇ ਸਦਾ ਅਟਲ ਰਹਿਣ ਵਾਲੇ ਸੱਚੇ ਨਿਰੰਕਾਰ ਨਾਲ ਇਕਮਿਕ ਹੋਣ ਦੀ ਕੋਸ਼ਿਸ਼ ਕਰਾਂਗੇ, ਇਸ ਆਤਮਾ ਦਾ ਜੋ ਮੂਲ ਅੰਸ਼ ਪ੍ਰਮਾਤਮਾ ਹੈ ਉਹਦੇ ਨਾਲ ਇਸ ਆਤਮਾ ਨੂੰ ਜੋੜਨ ਦਾ ਯਤਨ ਕਰਾਂਗੇ ਤੇ ਸਾਡਾ ਵਾਯੂਮੰਡਲ, ਸੋਚ ਮੰਡਲ ਦਾ ਦਾਇਰਾ ਵੱਡਾ ਹੁੰਦਾ ਜਾਵੇਗਾ। ਸਾਡੇ ਕਲਾਵੇ ਵੱਧਦੇ ਜਾਣਗੇ, ਪਿਆਰ ਵੱਧਦਾ ਜਾਵੇਗਾ, ਤਮਾਮ ਮਾਨਵਤਾ ਨੂੰ ਆਪਣੇ ਅੰਦਰ ਸਮਾਉਣ ਦੀ ਸ਼ਕਤੀ ਪੈਦਾ ਹੋ ਜਾਵੇਗੀ। ਹਜੇ ਤੇ ਸਾਡੀ ਹਾਲਾਤ ਇਹ ਹੈ ਕਿ ਅਸੀਂ ਕੇਵਲ ਆਪਣਾ ਸੋਚਦੇ ਹਾਂ, ਆਪਣੇ ਸਵਾਰਥ ਵਾਸਤੇ ਜਿਉ ਰਹੇ ਹਾਂ। ਇਹ ਸਿੱਖ ਦਾ ਜੀਵਨ ਨਹੀਂ ਹੈ। ਇਹ ਤੇ ਜਾਨਵਰ ਵੀ ਕਰ ਰਿਹਾ ਹੈ, ਖਾ ਲਿਆ, ਪੀ ਲਿਆ, ਸੌਂ ਲਿਆ, ਜਾਨਵਰ ਦਾ ਵੀ ਕੰਮ ਇਹ ਹੈ। ਪਰ ਸਤਿਗੁਰੂ ਕਹਿੰਦੇ ਮਨੁੱਖ ਦਾ ਜੀਵਨ ਕੁਝ ਦਾਇਰਾ ਮਨੁੱਖ ਦਾ ਵੱਡਾ ਹੈ। ਮਨੁੱਖ ਨੇ ਆਜ਼ਾਦ ਹੋਣਾ ਹੈ ਤੇ ਦੂਜਿਆਂ ਨੂੰ ਵੀ ਆਜ਼ਾਦ ਕਰਨਾ ਹੈ। ਹੁਣ ਗੁਲਾਮ ਕੌਣ ਹੋਏ ਪਏ ਨੇ? ਜਿਹੜੇ ਮਨੁੱਖ ਸੋਚ ਕਰਕੇ ਗੁਲਾਮ ਨੇ। ਤੁਸੀਂ ਦੇਖ ਲਓ ਕਿਤਨਾ ਪ੍ਰਚਾਰ ਹੋ ਰਿਹਾ, ਕਿਤਨਾ ਸਮਾਜ ਦੇ ਵਿੱਚ ਇਸ ਗੱਲ ਦੇ ਉੱਪਰ ਬੜੇ ਪੋਸਟਰ ਲਾਏ ਜਾ ਰਹੇ ਨੇ, ਬੜੇ ਇਸ਼ਤਿਹਾਰ ਛਪਦੇ ਨੇ ਕਿ ਭਰੂਣ ਹੱਤਿਆ ਨਹੀਂ ਕਰਨੀ ਚਾਹੀਦੀ। ਪਰ ਇਤਨੇ ਪ੍ਰਚਾਰ ਤੇ ਪ੍ਰਸਾਰ ਹੋਣ ਦੇ ਬਾਵਜੂਦ ਵੀ ਨਿੱਤ ਤੁਹਾਨੂੰ ਗਾਰਬੇ ਦੇ ਵਿੱਚੋਂ, ਸੜਕਾਂ ਦੇ ਉੱਪਰੋਂ ਛੋਟੇ ਬੱਚਿਆਂ ਦੇ ਭਰੂਣ ਲੱਭ ਜਾਣਗੇ। ਇਹ ਲੋਕ ਜਿਨ੍ਹਾਂ ਦੀ ਸੋਚ ਵਿਚਾਰ ਦਾ ਦਾਇਰਾ ਬਹੁਤ ਛੋਟਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਮੈਂ ਪ੍ਰਚਾਰ ਕਰਨ ਦਾ ਤਰੀਕਾ ਦੇਖਦਾ, ਭਾਈ ਗੁਰਦਾਸ ਜੀ ਦੀ ਜੋ ਉਹਨਾਂ ਦੀ ਆਪਾਂ ਸੰਧਿਆ ਦੇ ਸ਼ਾਮ ਦੇ ਵੇਲੇ ਪ੍ਰੋਗਰਾਮਾਂ ਦੇ ਵਿੱਚ ਵਿਚਾਰ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਦੀਆਂ ਪਾਵਨ ਜੀਵਨ ਯਾਤਰਾ ਦੀਆਂ ਪੌੜੀਆਂ ਆਪਾਂ ਸ਼ੇਅਰ ਕਰ ਰਹੇ ਹਾਂ, ਉਹਦੇ ਵਿੱਚ ਕਈ ਚੀਜ਼ਾਂ ਉਭਾਰ ਕੇ ਸਾਹਮਣੇ ਆਈਆਂ ਜੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਪੌੜੀਆਂ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸੰਕਲਪ ਕੀ ਹੈ। ਸਿੱਧ ਇਹ ਕਹਿੰਦੇ ਨੇ, ਨਾਨਕ ਤੂੰ ਸਾਡੇ ਘਰ ਦਾ ਪ੍ਰਚਾਰਕ ਬਣ, ਸੀਮਤ ਬਣ ਜਾ। ਵੀ ਜਿਵੇਂ ਅਸੀਂ ਇੱਕ ਸੀਮਤ ਦਾਇਰਿਆਂ 'ਚ ਰਹਿੰਦੇ ਹਾਂ, ਤੂੰ ਸੀਮਤ ਰਹਿ ਕੇ ਸਾਡਾ ਪ੍ਰਚਾਰਕ ਬਣ ਜਾ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਤੇ ਸੀਮਤ ਨਹੀਂ ਰਹਿਣਾ ਚਾਹੁੰਦੇ। ਉਹ ਕਹਿੰਦੇ ਮੈਂ ਕਿਸੇ ਇੱਕ ਫਿਰਕੇ ਦਾ, ਕਿਸੇ ਇੱਕ ਮਤ ਦਾ ਪ੍ਰਚਾਰਕ ਨਹੀਂ ਮੈਂ ਬਣਨਾ ਚਾਹੁੰਦਾ। ਮੈਂ ਮਾਨਵਤਾ ਨੂੰ, ਮੈਂ ਇੱਕ ਅਕਾਲ ਪੁਰਖ ਦਾ ਪ੍ਰਚਾਰਕ ਹਾਂ, ਅਕਾਲ ਪੁਰਖ ਦਾ ਪ੍ਰਚਾਰ ਕਰ ਰਹੇ ਹਾਂ, ਮਾਨਵਤਾ ਨੂੰ ਸੱਚ ਦੇ ਨਾਲ ਜੋੜ ਰਹੇ ਹਾਂ, ਉਹਨਾਂ ਨੂੰ ਅਵੇਅਰ ਕਰ ਰਹੇ ਹਾਂ।
ਅਵੇਅਰ ਕਰ ਰਿਹਾ ਉਹਨਾਂ ਨੂੰ ਕਿ ਉਹ ਸਮਾਜ ਦੇ ਪ੍ਰਤੀ ਜਾਗਰੂਕ ਹੋਣ, ਸਮਾਜ ਦੇ ਪ੍ਰਤੀ, ਧਰਮ ਦੇ ਪ੍ਰਤੀ, ਮਾਨਵਤਾ ਦੇ ਪ੍ਰਤੀ ਜਾਗਰੂਕ ਹੋਣ। ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਫਿਰ ਦੇਹਧਾਰੀ ਪ੍ਰਥਾ ਨੂੰ ਛੱਡ ਕੇ ਸ਼ਬਦ ਨਾਲ ਜੁੜਨ। ਅੱਜ ਮੈਂ ਲੇਟੈਸਟ ਖਬਰ ਪੜ੍ਹ ਰਿਹਾ ਸੀ, ਜੇ ਕੋਈ ਖੁੱਲ੍ਹਾ ਤੇ ਧੰਨ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਖੋਲ੍ਹਿਆ, ਉਸ ਸਮੇਂ ਪਹਿਲੀ ਐਜੂਕੇਸ਼ਨ ਦੇਣ ਦੀ ਬਾਤ ਦਲਿਤ ਲੋਕਾਂ ਨੂੰ, ਜਿਹੜੇ ਸਮਾਜ ਵਿੱਚ ਦੁਕਾਰੇ ਗਏ ਸਨ, ਉਹਨਾਂ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਜਿਨ੍ਹਾਂ ਨੂੰ ਨੀਚ ਕਿਹਾ ਜਾ ਰਿਹਾ ਸੀ, ਉਹਨਾਂ ਲੋਕਾਂ ਨੂੰ ਇੱਕ ਜਗ੍ਹਾ ਬਿਠਾ ਕੇ ਗੁਰਮਤਿ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਇਹ ਪਹਿਲਾ ਸਕੂਲ ਗੁਰੂ ਨਾਨਕ ਨੇ ਚਾਲੂ ਕੀਤਾ, ਕਿਉਂਕਿ ਸਤਿਗੁਰੂ ਜੀ ਅਵੇਅਰਨੈਸ ਪੈਦਾ ਕਰਨਾ ਚਾਹੁੰਦੇ ਸਨ। ਹਰ ਇੱਕ ਸਮਾਜਿਕ ਨੁਕਤਿਆਂ ਤੇ ਪਾਤਸ਼ਾਹ ਨੇ ਵਿਚਾਰ ਕੀਤੀ, ਔਰਤ ਤੇ ਵਿਚਾਰ ਕੀਤੀ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਘੁੰਡ ਪ੍ਰਥਾ ਦੀ ਗੱਲ ਕੀਤੀ, ਸਤੀ ਪ੍ਰਥਾ ਦਾ ਵਿਰੋਧ ਕੀਤਾ। ਗੱਲ ਕੀ ਹਰ ਇੱਕ ਚੀਜ਼ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਡਟ ਕੇ ਪਹਿਰਾ ਦਿੱਤਾ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵੀ ਉਸ ਗੱਲ ਉੱਤੇ ਡਟ ਕੇ ਪਹਿਰਾ ਦਿੱਤਾ। ਪਰ ਅੱਜ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਔਰਤ ਨੂੰ ਬਰਾਬਰ ਦਰਜਾ ਨਹੀਂ ਦੇ ਸਕੇ। ਈਵਨ ਇੱਥੋਂ ਤੱਕ ਕਿ ਅੱਜ ਔਰਤ ਕੀਰਤਨ ਤੱਕ ਦਰਬਾਰ ਸਾਹਿਬ 'ਚ ਨਹੀਂ ਕਰ ਸਕਦੀ। ਮੇਰੀਆਂ ਭੈਣਾਂ ਸੁੱਤੀਆਂ ਪਈਆਂ ਨੇ। ਧੰਨ ਗੁਰਬਾਣੀ ਮਨੁੱਖ ਨੂੰ ਜਾਗਰਤ ਕਰਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ 63 ਸਾਲ ਦੀ ਉਮਰ ਤੱਕ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਂਦੇ ਰਹੇ, ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਹੁੰਚੇ, ਜਿਸ ਦਿਨ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਐਕਸੈਪਟ ਕੀਤਾ, ਉਸ ਮਰਿਆਦਾ ਨੂੰ, ਉਸ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਦਣ ਤੋਂ ਬਾਅਦ ਉਹਨਾਂ ਦੇ ਜੀਵਨ ਦੀ ਜਿਹੜੀ ਸੋਚ ਸੀ ਉਹ ਬੜੀ ਆਜ਼ਾਦ ਸੀ। ਉਹ ਕਿਸੇ ਦੇਵੀ ਦੇਵਤੇ ਤੱਕ ਸੀਮਤ ਨਹੀਂ ਸੀ ਫਿਰ, ਕਿਉਂਕਿ ਪੱਥਰਾਂ ਦੇ ਪੁਜਾਰੀ ਪੱਥਰ ਦਿਲ ਬਣਦੇ ਹਨ। ਇਸੇ ਕਰਕੇ ਅੱਜ ਸਾਨੂੰ ਵੀ ਪੱਥਰਾਂ ਦੇ ਪੁਜਾਰੀ ਬਣਾ ਦਿੱਤਾ। ਸੰਗੇ ਮਰਮਰ ਦੀਆਂ ਬਿਲਡਿੰਗਾਂ ਦੇ ਅਸੀਂ ਪੁਜਾਰੀ ਬਣ ਗਏ, ਪਾਲਕੀਆਂ ਦੇ ਪੁਜਾਰੀ ਬਣ ਗਏ, ਸੋਟਿਆਂ ਦੇ ਪੁਜਾਰੀ ਬਣ ਗਏ, ਘੋੜਿਆਂ ਦੇ ਪੁਜਾਰੀ ਬਣ ਗਏ, ਰੁੱਖਾਂ ਬਿਰਖਾਂ ਦੇ ਪੁਜਾਰੀ ਅਸੀਂ ਵੀ ਬਣ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਗੁਰੂ ਨਾਨਕ ਦੀ ਸੋਚ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ, ਉਸ ਵਿਚਾਰਧਾਰਾ ਦੇ ਅਸੀਂ ਪੁਜਾਰੀ ਨਹੀਂ ਬਣ ਸਕੇ। ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਕਾਰਲੀ ਸੋਚ, ਗੁਰੂ ਨਾਨਕ ਦੇ ਸਿਧਾਂਤ ਤੋਂ ਜਾਣੂ ਹੋ ਜਾਂਦੇ, ਸਮਝਦਾਰ ਹੋ ਜਾਂਦੇ, ਅੱਜ ਇੰਨੀ ਹਾਲਾਤ ਸਾਡੇ ਮਾੜੇ ਨਹੀਂ ਸੀ ਹੋਣੇ। ਸੋ ਇਹ ਗੱਲ ਮੈਂ ਤਾਂ ਰੱਖੀ ਹੈ ਸਾਹਮਣੇ ਕਿ ਗੁਰਬਾਣੀ ਗਿਆਨ ਹੈ, ਸਮਝ ਹੈ। ਸਾਡੇ ਅੰਦਰ ਅਗਿਆਨਤਾ ਨੂੰ ਕੱਢ ਕੇ ਗਿਆਨ ਦੇ ਰਸਤੇ ਲੈ ਕੇ ਜਾਣ ਵਾਲੀ ਇੱਕ ਉਹ ਐਜੂਕੇਸ਼ਨ ਹੈ ਜੋ ਸਾਨੂੰ ਮੈਂਟਲੀ ਤੌਰ ਤੇ, ਸਾਨੂੰ ਫਿਜ਼ੀਕਲੀ ਤੌਰ ਤੇ, ਹਰ ਇੱਕ ਪੱਖ ਤੋਂ ਸਾਨੂੰ ਮਜ਼ਬੂਤ ਕਰਦੀ ਹੈ ਤੇ ਸਾਡੀ ਸੋਚ, ਸਾਡੀ ਸਮਝ ਨੂੰ ਇੰਨਾ ਵਿਕਾਸ ਕਰਦੀ ਹੈ, ਇੰਨਾ ਵਿਕਾਸ ਸਾਡੀ ਸੋਚ ਦਾ ਹੁੰਦਾ ਹੈ ਕਿ ਸਾਡੀ ਸੋਚ ਦੇ ਵਿੱਚ ਫਿਰ ਇੱਕ ਹੀ ਗੱਲ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਹੁਣ ਇਹ ਗੱਲ ਉਹਨੂੰ ਹੀ ਸਮਝਾਊਗੀ ਜੋ ਧੰਨ ਗੁਰੂ ਨਾਨਕ ਦੀ ਫਿਲਾਸਫੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਖੋਜਣ ਦੀ ਕੋਸ਼ਿਸ਼ ਕਰੇਗਾ। ਸੋ ਇਸੇ ਕਰਕੇ ਇਹ ਵੀਰ ਮੇਰਿਓ, ਇਹ ਜਿਹੜੇ ਪ੍ਰੋਗਰਾਮ ਚਲਾਏ ਜਾ ਰਹੇ ਨੇ, ਇਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਤੀ ਅਵੇਅਰ ਕਰਨ ਵਾਸਤੇ ਆ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਜੀਵਨ ਵਿੱਚ ਵਸਾ ਕੇ ਇੱਕ ਚੰਗੇ ਸਮਾਜ ਦੀ ਜਿੱਥੇ ਸਿਰਜਣਾ ਕਰੀਏ, ਉੱਥੇ ਆਪਣੇ ਜੀਵਨ ਦੇ ਵਿੱਚ ਸੱਚ ਸਮਾ ਕੇ ਆਪਣੇ ਪਰਿਵਾਰ ਦੇ ਵਿੱਚ ਗੁਰਮਤਿ ਦੇ ਦਾਇਰੇ ਨੂੰ ਵਧਾਈਏ। ਤਾਂ ਮੈਂ ਇਸੇ ਕਰਕੇ ਕੋਸ਼ਿਸ਼ ਇਹ ਰੋਜ਼ਾਨਾ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਇਹ ਦੋਵੇਂ ਐਪੀਸੋਡ ਚੱਲ ਰਹੇ ਨੇ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੈ। ਰਹਾਓ ਦੀਆਂ ਪੰਕਤੀਆਂ ਤੋਂ ਹਰ ਰੋਜ਼ ਹੀ ਆਪਾਂ ਵਿਚਾਰ ਦੀ ਜਿਹੜਾ ਹੈ ਸਬਜੈਕਟ ਚੁਣ ਕੇ ਉਹਦੇ ਉੱਪਰ ਵਿਚਾਰ ਕਰਦੇ ਹਾਂ ਕਿ ਰਹਾਓ ਦੇ ਬੰਦ ਵਿੱਚ ਸਤਿਗੁਰੂ ਜੀ ਨੇ ਕੀ ਸਬਜੈਕਟ ਅੱਜ ਦਾ ਦਿੱਤਾ ਹੈ। ਤੋ ਰਹਾਓ ਦੇ ਬੰਧਨ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਤੋ ਸਾਹਿਬ ਕਹਿੰਦੇ, ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੁਣ ਦੇਖੋ ਇੱਥੇ ਰਾਮ ਸ਼ਬਦ ਆਇਆ ਹੈ। ਰਾਮ ਸ਼ਬਦ ਪਰਿਪੂਰਨ ਪਰਮਾਤਮਾ ਵਾਸਤੇ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਵਾਸਤੇ ਜੋ ਰਮਿਆ ਹੋਇਆ ਹੈ, ਜੋ ਸਾਰਿਆਂ ਦੇ ਵਿੱਚ ਸਮੋਇਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਸ਼ਰਥ ਦੇ ਪੁੱਤਰ ਪ੍ਰਭੂ ਰਾਮਚੰਦਰ ਜਿਹਨੂੰ ਰੱਬ ਕਿਹਾ ਗਿਆ ਜਾਂ ਮੰਨਿਆ ਗਿਆ, ਉਹਦੀ ਬਾਤ ਨਹੀਂ ਇੱਥੇ ਕਰ ਰਿਹਾ। ਗੁਰੂ ਨਾਨਕ ਦਾ ਸਿਧਾਂਤ ਇੱਕ ਓੰਕਾਰ ਦਾ ਹੈ। ਰੱਬ ਮੇਰਾ ਇੱਕ ਹੈ, ਸਾਹਿਬ ਮੇਰਾ ਇੱਕ ਹੈ, ਇਹ ਤੋਂ ਬਿਨਾਂ ਹੋਰ ਕੋਈ ਨਹੀਂ। ਨਾ ਮੈਂ ਕਿਸੇ ਦੇਵ ਨੂੰ ਮੰਨਦਾ, ਨਾ ਕਿਸੇ ਦਾਨਵ ਨੂੰ ਮੰਨਦਾ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਿਕਾ ਧਰਾ, ਨਾ ਮੈਂ ਕਿਸੇ ਸਿੱਧ ਨਾ ਕਿਸੇ ਸਾਧ ਦੇ ਪੈਰੀਂ ਪੈਣਾ। ਅਸਤ ਏਕ ਦਿਗਰ ਕੋਈ। ਮੇਰੇ ਜੀਵਨ ਦੀ ਆਸਤਿਕਤਾ ਕੇਵਲ ਇੱਕ ਅਕਾਲ ਪੁਰਖ ਤੇ ਹੈ। ਏਕ ਤੂੰ ਹੀ, ਏਕ ਤੂੰ ਹੀ, ਜੋ ਇੱਕ ਹੀ ਹੈ, ਇੱਕ ਹੀ ਹੈ, ਇੱਕ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ ਪਰਿਪੂਰਨ ਪ੍ਰਮਾਤਮਾ ਜੀ,
ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਵੀ ਆਸਰਾ ਨਹੀਂ, ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਵੀ ਸਹਾਰਾ ਨਹੀਂ। हे ਸਰਬ ਵਿਆਪਕ ਮੇਰੇ ਅਕਾਲ ਪੁਰਖ ਜੀ, ਮੇਰੀ ਜ਼ਿੰਦਗੀ ਦੀ ਸਭ ਕੁਝ ਤੁਹਾਡੇ ਤੇ ਹੈ। ਮੇਰੀ ਸੋਚ ਤੁਹਾਡੇ ਤੋਂ ਚੱਲਦੀ ਹੈ, ਤੁਹਾਡੇ ਤੇ ਹੀ ਆ ਕੇ ਮੁੱਕਦੀ ਹੈ। ਮੇਰੀ ਜ਼ਿੰਦਗੀ ਦਾ ਦਾਇਰਾ ਸਿਰਫ ਤੁਹਾਡੇ ਆਲੇ ਦੁਆਲੇ ਹੈ। ਇਹ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਨਾ ਜਾਣਦਾ ਨਾ ਸਮਝਦਾ ਹੈ, ਕਿਉਂਕਿ ਮੈਨੂੰ ਇਹ ਗੱਲ ਦੀ ਸਮਝ ਪੈ ਗਈ ਹੈ, ਤੁਹਾਡੇ ਬਿਨਾ ਨਾ ਕੋਈ ਮੇਰਾ ਆਸਰਾ ਹੈ, ਨਾ ਕੋਈ ਮੇਰਾ ਸਹਾਰਾ ਹੈ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਤੁਹਾਡੇ ਬਿਨਾ ਮੇਰਾ ਕੋਈ ਵੀ ਆਸਰਾ ਨਹੀਂ, ਤੁਹਾਡੇ ਬਿਨਾ ਮੇਰਾ ਕੋਈ ਵੀ ਸਹਾਰਾ ਨਹੀਂ। ਸਤਿਗੁਰੂ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ। ਸਤਿਗੁਰ ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਰੂਪੀ ਗੁਰੂ ਦਾ ਗਿਆਨ ਸੱਚ ਸੱਚੇ ਤਲੇ ਔਂਕੜ ਹੈ, ਜੋ ਸਦੀਵੀ ਅਟਲ ਰਹਿਣ ਵਾਲਾ ਹੈ, ਜਿਹਦਾ ਗਿਆਨ ਸਦੀਵੀ ਮਾਨਵਤਾ ਵਿੱਚ ਸਮੋਇਆ ਹੋਇਆ ਹੈ, ਜੋ ਮਾਨਵਤਾ ਨਾਲ ਪ੍ਰੇਮ ਕਰਨਾ ਸਿਖਾਉਂਦਾ ਹੈ, ਜੋ ਸਦਾ ਸਥਿਰ ਹੈ, ਸਦਾ ਰਹੇਗਾ। ਪ੍ਰਭ ਭੱਬੇ ਥੱਲੇ ਫਿਰ ਔਂਕੜ ਹੈ। ਪ੍ਰਭ ਇੱਕ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮਾਤਮਾ ਨਿਰਮਲਾ, ਜੋ ਮੈਲ ਤੋਂ ਰਹਿਤ ਹੈ, ਜਿਹਦੇ ਵਿੱਚ ਕੋਈ ਵਿਕਾਰਾਂ ਦੀ ਮੈਲ ਨਹੀਂ, ਜੋ ਨਿਰਮਲ ਹੈ। ਸ਼ਬਦ ਦੱਦੇ ਨੂੰ ਸਿਹਾਰੀ ਹੈ, ਭਾਵ ਸ਼ਬਦ ਦੇ ਰਾਹੀਂ ਸ਼ਬਦ ਦੇ ਨਾਲ ਜੁੜ ਕੇ ਸ਼ਬਦ ਨੂੰ ਸਮਝ ਕੇ ਮਿਲਾਵਾ ਹੋਏ, ਜਿਹਦੇ ਨਾਲ ਸ਼ਬਦ ਦੀ ਵਿਚਾਰ ਦੇ ਨਾਲ ਸ਼ਬਦ ਦੇ ਰਾਹੀਂ ਐਸੇ ਸੋਹਣੇ ਪਰਿਪੂਰਨ ਪਰਮਾਤਮਾ ਜੋ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਉਹਦੇ ਨਾਲ ਮਿਲਾਪ ਹੋ ਸਕਦਾ ਹੈ। ਸਮੁੱਚੀ ਪੰਕਤੀ ਦੇ ਅਰਥ ਨੇ, ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਪਰਿਪੂਰਨ ਪਰਮਾਤਮਾ ਜੀ ਦੇ ਨਾਲ ਜੇ ਤੂੰ ਮਿਲਾਪ ਕਰਨਾ ਚਾਹੁੰਦਾ ਹੈ, ਹੇ ਮਨੁੱਖ ਫਿਰ ਕੀ ਕਰ, ਸਤਿਗੁਰੂ ਗੁਰੂ ਸ਼ਬਦ ਰੂਪੀ ਗਿਆਨ ਦੇ ਨਾਲ ਆਪਣੇ ਜੀਵਨ ਨੂੰ ਜੋੜ, ਧੰਨ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਵਸਾ, ਕਿਉਂਕਿ ਸਤਿਗੁਰੂ ਦੀ ਮੱਤ ਲਿਆ ਹੀ, ਗੁਰੂ ਦੇ ਦੱਸੇ ਰਸਤੇ ਤੇ ਚੱਲਿਆ ਹੀ ਪਵਿੱਤਰ ਸਵਰੂਪ ਜੋ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਹੈ, ਉਹਦੇ ਨਾਲ ਮਿਲਾਪ ਹਾਸਲ ਹੋ ਸਕਦਾ ਹੈ, ਉਹਦੇ ਨਾਲ ਸਾਂਝ ਬਣ ਸਕਦੀ ਹੈ, ਉਹ ਸਾਰਿਆਂ ਦੇ ਵਿੱਚ ਰਮਿਆ ਨਜ਼ਰ ਆ ਸਕਦਾ ਹੈ। ਰਹਾਓ, ਇਹ ਰਹਾਓ ਦਾ ਬੰਦ ਹੈ। ਹੁਣ ਸਬਜੈਕਟ ਹੈ ਇਸ ਸ਼ਬਦ ਦਾ, ਪਰਿਪੂਰਨ ਪਰਮਾਤਮਾ ਸਦਾ ਸਦਾ ਅਟਲ ਰਹਿਣ ਵਾਲਾ ਹੈ, ਉਹ ਸਦਾ ਨਿਰਮਲ ਹੈ, ਉਹਦੇ ਅੰਦਰ ਕੋਈ ਮੈਲ ਨਹੀਂ। ਜੇ ਉਹਨੂੰ ਮਿਲਣਾ ਚਾਹੁੰਦਾ ਤੇ ਗੁਰੂ ਸ਼ਬਦ ਨਾਲ ਜੁੜ, ਕਿਉਂਕਿ ਸਤਿਗੁਰੂ ਗੁਰੂ ਸ਼ਬਦ ਦੇ ਰਾਹੀਂ ਹੀ ਪਰਮਾਤਮਾ ਦੇ ਘਰ ਦਾ ਪਤਾ ਚੱਲ ਸਕਦਾ ਹੈ। ਇਹ ਰਹਾਉ ਦਾ ਬੰਦ ਹੈ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਜਿਹਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਸਮਝਾਉਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ। ਸ਼੍ਰੀ ਰਾਗ ਮਹੱਲਾ ਤੀਜਾ, ਰਾਗ ਸ਼੍ਰੀ ਰਾਗ ਹੈ, ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਨਾਨਕ ਜੀ ਦਾ ਪਾਵਨ ਸ਼ਬਦ ਹੈ। ਘਰ ਪਹਿਲਾ, ਪਹਿਲੇ ਤਾਲ ਵਿੱਚ ਤਬਲਾ ਵਜਾਉਣ ਦੀ ਹਦਾਇਤ ਹੈ। ਹੁਣ ਸਾਹਿਬ ਕਹਿੰਦੇ ਨੇ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਸਰਕਾਰ ਦਾ ਅਰਥ ਹੈ ਰਾਜ, ਜਿਵੇਂ ਆਪਾਂ ਸਰਕਾਰ ਕਹਿ ਦਿੰਦੇ ਆ, ਰਾਜ ਭਾਗ। ਸਭ ਕੋਏ ਹਰੇਕ ਜੀਵ। ਸਾਹਿਬ ਕਹਿੰਦੇ ਜਿਸ ਪਰਿਪੂਰਨ ਪਰਮਾਤਮਾ ਦੀ ਇਹ ਸਾਰੇ ਦਾ ਸਾਰਾ ਸੰਸਾਰ ਹੈ, ਜਿਸ ਦੇਸ਼ ਵਿੱਚ ਜਿਸ ਬਾਦਸ਼ਾਹ ਦੀ ਹਕੂਮਤ ਹੋਵੇ, ਉਸ ਦੇਸ਼ ਦਾ ਹਰੇਕ ਜੀਵ ਉਸ ਬਾਦਸ਼ਾਹ ਦਾ ਹੋ ਕੇ ਰਹਿੰਦਾ ਹੈ। ਸਭ ਕਹਿੰਦੇ ਨੇ ਜਿਹੋ ਜਿਹਾ ਰਾਜ ਆ ਉਹੋ ਜੀ ਪ੍ਰਜਾ ਹੈ, ਜਿਸ ਹੀ ਕੀ ਸਰਕਾਰ ਹੈ, ਜਿਹਦਾ ਇਹ ਸਭ ਕੁਝ ਰਾਜ ਭਾਗ ਹੈ, ਜਿਹਦਾ ਇਹ ਸੰਸਾਰ ਹੈ, ਤਿਸ ਹੀ ਕਾ ਸਭ ਕੋਈ, ਉਸ ਰਾਜੇ ਦਾ ਹੀ ਸਾਰਾ ਜਿਹੜਾ ਹੈ, ਉਹਦੀ ਪ੍ਰਜਾ ਵੀ ਉਹਦੀ ਹੁੰਦੀ ਹੈ, ਉਹਦਾ ਨਗਰ, ਉਹਦਾ ਦੇਸ਼ ਵੀ ਉਸ ਰਾਜੇ ਦਾ ਹੀ ਹੁੰਦਾ ਹੈ। ਗੁਰਮਤ ਗੁਰਮੁਖ ਕਾਰ ਕਮਾਵਣੀ, ਸੱਚ ਘਟ ਪ੍ਰਗਟ ਹੋਏ। ਸਾਹਿਬ ਕਹਿੰਦੇ ਮੇਰੇ ਵਾਸਤੇ ਜਿਹੜਾ ਰਾਜਾ ਹੈ ਉਹ ਅਕਾਲ ਪੁਰਖ ਪਰਮਾਤਮਾ ਹੈ, ਇਹ ਸੰਸਾਰ ਉਹਦਾ ਰਾਜ ਭਾਗ ਹੈ। ਜਿਹੜਾ ਪਰਿਪੂਰਨ ਪਰਮਾਤਮਾ ਬਾਦਸ਼ਾਹ ਹੈ, ਇਹ ਸਾਰਾ ਸੰਸਾਰ ਉਹਦੀ ਪ੍ਰਜਾ ਹੈ। ਸੰਸਾਰੀ ਬਾਦਸ਼ਾਹ ਤੇ ਸ਼ਾਇਦ ਮਨੁੱਖ ਤੋਂ ਸਿਧਾਂਤਾਂ ਤੋਂ ਮੁਨਕਰ ਹੋ ਜਾਵੇ, ਨਿਆਂ ਦੀ ਜਗ੍ਹਾ ਤੇ ਅਨਿਆਂ ਕਰ ਦਵੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਬਾਦਸ਼ਾਹ, ਸੱਚਾ ਪਾਤਸ਼ਾਹ ਐਸਾ ਹੈ ਜਿਹਦੇ ਨਿਆਂ ਦੇ ਵਿੱਚ ਕੋਈ ਕਮੀ ਨਹੀਂ, ਜਿਹਦਾ ਨਿਆਂ ਮੁਕੰਮਲ ਹੈ, ਪੂਰਨ ਹੈ।
हर एक नूं मिल के रहिंदा है। वो ऐसा निरंकार सच्चा पातशाह राजा बादशाह है जो हरेक प्रजा के अपने एक एक मनुख तो वाकफ है। हर एक प्रजा के एक एक बंदे दे नाल ओदा प्रेम है, उस तो बाहर कुछ भी नहीं है। गुरमुख कार कमावणी सच घट प्रगट होए। गुरमुख खखे नूं सिहारी है, भाव गुरु दे सन्मुख हो के। गगे नूं औंकड़ रारा, मम्मे थले औंकड़, खखे नूं सिहारी गुरमुख। गुरु दे सन्मुख हो के सच सच्चे थले चच्चे दे थले फिर औंकड़ है, एक वचन का सूचक है। सदा थे रहन वाला प्रभु घट टैंके नूं सिहारी है, हिरदे दे विच सोए शोभा। सतगुरु गुरुदेव जी महाराज कहते ने गुरमुख कार कमावणी। इस तरह जे गुरु जी दे सन्मुख हो के, हुण गुरु दे सन्मुख किवें? धन गुरु ग्रंथ साहिब दे सामने खलो के ते नहीं ना जी गल चलनी। सतगुरु गुरुदेव जी महाराज नूं पुੱਛ ही लईए, पातशाह जी असीं ते रोज़ गुरुद्वारे जाने आ, मत्था टेक के तुहाडे सामने खड़ जाने आ, कि इन्ने क ना गल बन जू? साहिब कहंदे चेता रखी, डिठियां मुक्त ना होवे जिचर शब्द ना करे विचार। तू सामने खलो के गुरु जी नूं निहारी जा, धन गुरु ग्रंथ साहिब नूं, अखां दे विच बैराग लियाई जा, भावें धन गुरु ग्रंथ साहिब जी नूं वेख वेख के। पर जद तक वीर मेरिया धन गुरु ग्रंथ साहिब जी दे शब्द दी विचार नहीं ना करदा, तद तक ये दर्शन प्रवान नहीं। ये दर्शन तां ही प्रवान होणगे जे गुरु जी दे ज्ञान नूं, गुरु दे उपदेशां नूं जीवन दे विच वसावेगा। गुरमुख कार कमावणी कहंदे इस तरह गुरु जी दे सन्मुख हो के गुरु दे उपदेशां नूं जीवन विच वसा के, धन गुरु ग्रंथ साहिब जी दी बाणी दे मुताबिक चल के जे तू अपने जीवन दी कार विहार करन लग पवें, अपने जीवन नूं चलाउण लग पवें, वेखो कन रस ना बन जावे साडी जिंदगी च गुरबाणी। कि आ भाई साहब जी बड़ी सोहणी गुरबाणी करदे हो, बड़े चोटी दे कथाकार ने कौम को, जिहड़ी कथा दे विच ऐसियां रमज़ां ते ऐसियां रहमतां ने कि असीं कीले जाने आ। भाई साहब जी एक बेनती करां, कन्नां तो बाणी सुन लैणी, वाह वाह कर देनी डिफरेंट मैटर है। गुरबाणी नूं जीवन दे विच वसाउणा आपां रल मिल के। आपां उपदेश नहीं कर रहे, आपां रल मिल के विचार कर रहे हैं। आपां यतन कर रहे हैं जीवन च किवें वसाईए, साडी जिंदगी दे विचों दुखां दी पंड खत्म हो जावे, साडी जिंदगी विच चढ़दी कला ते आत्मिक सुख आ जाण, साडे परिवार दे विच प्रेम बन जावे, असीं संसार दे विच रह के अपने घर नूं स्वर्ग बना लईए। ये सिੱਖਣਾ है गुरु दे कोलों। ते साहिब कहंदे गुरमुख कार कमावणी, गुरु जी दे सन्मुख हो के गुरु जी के उपदेशां दे राहीं अपने जीवन दी काल, अपनी जीवन दी घाड़त घड़, अपने जीवन नूं प्रैक्टिकली तौर ते गुरमत दे असूलों के उपर लैके आ। फिर की होवेगा? सच घट प्रगट होए। फिर सदा अटल रहने वाला सच्चा परिपूर्ण परमात्मा जी जो तेरे हिरदे घर दे विच ही है, वो प्रगट हो जाएगा, तेरे अंग संग हो जाएगा। फिर तू इकल्ला महसूस नहीं करेगा, सदा वो तेरे नाल रहेगा ते तैनूं नाल रहिंदा वो परिपूर्ण परमात्मा समझ विच आउण लग पवेगा। अंतर जिस कै सच वसै, सच्चे सच्ची सो कै सच वसै, सच्चे सच्ची सोए। अंतर जिस दे हिरदे दे अंदर, रारी नूं फिर सिहारी है, जिस कै सच वसै। सब कहते किस हिरदे विच प्रगट हुंदा है परिपूर्ण परमात्मा? हुण जुगती दस रहे हैं ना सानू समझाउण लई। कहते जेदे अंदर सच वस जावे, जिथे झूठ वसिया वा ना वीर मेरे हो, जिथे बेईमानी वसी है, जिथे गद्दारी वसी है, धोखा फरेब वसिया है, उत्थे नहीं गल बननी। ये उत्थे गल बननी है जिथे सच वसन लग पवेगा। जिसकै अंतर सच वसै, अंतर जिसकै सच वसै। कहते जेदे अंदर सच्चे परिपूर्ण परमात्मा का अथाह प्रेम, सच्चाई ते निर्मलता वस जाती है, जिसके हिरदे विच
ਸੱਚੇ ਸੱਚੀ ਸੋਏ। ਕਹਿੰਦੇ ਫਿਰ ਸੋਏ ਦਾ ਅਰਥ ਹੈ ਸੋਭਾ। ਫਿਰ ਐਸੇ ਮਨੁੱਖ ਦੀ ਸਦਾ ਸਥਿਰ ਰਹਿਣ ਵਾਲੇ ਨਿਰੰਕਾਰ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜ ਕੇ ਜੋ ਆਪਣੇ ਹਿਰਦੇ ਘਰ ਨੂੰ ਨਿਰਮਲ ਕਰ ਲੈਂਦਾ ਹੈ, ਫਿਰ ਉਹਦਾ ਰੋਮ ਰੋਮ ਅੰਗ ਅੰਗ ਪਰਿਪੂਰਨ ਪ੍ਰਮਾਤਮਾ ਦੀ ਯਾਦ ਵਿੱਚ ਟਿਕ ਜਾਂਦਾ ਹੈ। ਫਿਰ ਸਦਾ ਉਹਦੇ ਘਰ ਦੇ ਵਿੱਚ ਪੋਜ਼ਿਟਿਵ ਜਿਹੜੀਆਂ ਵੇਵਸ ਜਿਹੜੀਆਂ ਨੇ ਉਹਦੇ ਅੰਦਰ ਡਿਵੈਲਪ ਹੁੰਦੀਆਂ ਰਹਿੰਦੀਆਂ ਨੇ। ਉਹ ਚੜ੍ਹਦੀ ਕਲਾ ਦਾ ਧਾਰਨੀ ਰਹਿੰਦਾ ਹੈ, ਵਿਲ ਪਾਵਰ ਉਹਦੀ ਮਜ਼ਬੂਤ ਹੋ ਜਾਂਦੀ ਹੈ ਅਤੇ ਸਦਾ ਉਹਦੀ ਸੋਭਾ ਉਹਦਾ ਮਾਣ ਸਤਿਕਾਰ ਵੀ ਸਮਾਜ ਵਿੱਚ ਬਣ ਲੱਗ ਪੈਂਦਾ ਹੈ। ਉਹ ਸਨਮਾਨੇ ਵਾਲਾ ਮਾਣ ਵਾਲਾ ਉੱਚਾ ਹੋ ਜਾਂਦਾ ਹੈ ਜੋ ਸੱਚੇ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੈਂਦਾ ਹੈ। ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ। ਜਿਹਦੇ ਅੰਦਰ ਸੱਚਾ ਪਰਿਪੂਰਨ ਪ੍ਰਮਾਤਮਾ ਵਸਦਾ ਹੈ, ਜਿਹਦੇ ਅੰਦਰ ਸੱਚੇ ਨਿਰੰਕਾਰ ਦੀ ਪ੍ਰੇਮ ਭਗਤੀ ਵਸਦੀ ਹੈ, ਉਹਦੀ ਸੋਭਾ ਉਹਦੀ ਸ਼ੌਹਰਤ ਬੜੀ ਉੱਚੀ ਹੋ ਜਾਂਦੀ ਹੈ ਕਿਉਂਕਿ ਉਹ ਗੁਰੂ ਵਾਲਾ ਬਣ ਜਾਂਦਾ ਹੈ, ਰੱਬ ਵਾਲਾ ਬਣ ਜਾਂਦਾ ਹੈ। ਪ੍ਰਮਾਤਮਾ ਵਰਗਾ ਪ੍ਰੇਮ ਉਹਦੇ ਹਿਰਦੇ ਵਿੱਚ ਝਲਕਣ ਲੱਗ ਪੈਂਦਾ ਹੈ ਅਤੇ ਉਹ ਮਾਨਵਤਾ ਦੀ ਸੇਵਾ ਇਹ ਸੋਚ ਕੇ ਕਰਦਾ ਹੈ ਕਿ ਇਸ ਮਾਨਵਤਾ ਵਿੱਚ ਮੇਰਾ ਨਿਰੰਕਾਰ ਵਸਦਾ ਹੈ। ਫਿਰ ਸਾਹਿਬ ਜੀ ਅਗਲੀ ਗੱਲ ਕਰਦੇ, ਸੱਚ ਮਿਲੇ ਸੇ ਨਾ ਵਿਛੜੈ। ਕਹਿੰਦੇ ਜਿਹੜੇ ਐਸੇ ਸੱਚੇ ਪਰਿਪੂਰਨ ਪ੍ਰਮਾਤਮਾ ਦੇ ਪ੍ਰੇਮ ਦੇ ਨਾਲ ਜਿਹੜੇ ਗੁਰੂ ਦੀ ਰਹਿਮਤ ਤੇ ਬਖਸ਼ਿਸ਼ ਦੇ ਨਾਲ ਮਿਲ ਜਾਂਦੇ ਹਨ, ਆਪਣੇ ਮਨ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਨੂੰ ਘਰ ਕਰ ਲੈਂਦੇ ਹਨ, ਆਪਣੇ ਜੀਵਨ ਆਪਣੇ ਕਰਮਾਂ ਨੂੰ ਗੁਰਮਤਿ ਦੀ ਕਸਵੱਟੀ ਤੇ ਸਿੱਧੇ ਰਾਹ ਤੇ ਤੋਰਦੇ ਹਨ, ਹਮੇਸ਼ਾ ਸੱਚ ਬੋਲਦੇ ਹਨ, ਸੱਚੇ ਰਸਤੇ ਤੇ ਤੁਰਦੇ ਹਨ, ਭਲਾ ਕਰਦੇ ਹਨ। ਸੱਚ ਮਿਲੇ ਉਹਨਾਂ ਨੂੰ ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦਾ ਪ੍ਰੇਮ ਮਿਲ ਜਾਂਦਾ ਹੈ, ਸੇ ਨਾ ਵਿਛੜੈ। ਫਿਰ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਵਿਛੋੜ ਨਹੀਂ ਸਕਦੀ। ਭਾਈ ਮਨੀ ਸਿੰਘ ਜੀ ਨੇ ਤੇ ਬੰਦ ਕੱਟ ਦਿੱਤੇ, ਪਰ ਭਾਈ ਮਨੀ ਸਿੰਘ ਜੀ ਦਾ ਪ੍ਰੇਮ ਨਹੀਂ ਪ੍ਰਮਾਤਮਾ ਤੋਂ ਗੁਰੂ ਤੋਂ ਉਹ ਊਣਾ ਕਰ ਸਕੇ। ਬਾਬਾ ਦੀਪ ਸਿੰਘ ਜੀ ਨੇ ਆਪਣਾ ਤਨ ਮਨ ਵਾਰ ਦਿੱਤਾ, ਸਭ ਵਾਰ ਦਿੱਤਾ, ਪਰ ਬਾਬਾ ਦੀਪ ਸਿੰਘ ਦੇ ਕੋਲੋਂ ਸਤਿਗੁਰ ਦੇ ਪ੍ਰੇਮ ਤੇ ਸ਼ਰਧਾ ਦੀ ਭਾਵਨਾ ਨਹੀਂ ਉਹ ਖੋ ਸਕੇ। ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾ ਦਿੱਤਾ, ਪਰ ਭਾਈ ਤਾਰੂ ਸਿੰਘ ਦੇ ਕੋਲੋਂ ਗੁਰੂ ਦਾ ਪ੍ਰੇਮ ਨਹੀਂ ਖੋ ਸਕੇ। ਸਾਡੇ ਕੋਲ ਤੇ ਅਸੀਂ ਤੇ ਇੰਨੇ ਕੁ ਛੋਟੇ ਆ ਨਾ, ਮਾਫ ਕਰ ਦਿਓ, ਸਾਨੂੰ ਕੋਈ ਮਾੜਾ ਜਿਹਾ ਲਾਲਚ ਦੇ ਦੇਵੇ ਅਸੀਂ ਗੁਰੂ ਨੂੰ ਛੱਡ ਦਿੰਦੇ ਹਾਂ। ਚੰਦ ਕੁ ਸੁੱਖਾਂ ਤੇ ਕਾਮਨਾਵਾਂ ਦੇ ਵਾਸਤੇ ਸੁਖਣਾਵਾਂ ਸੁੱਖਦੇ ਅਸੀਂ ਗੁਰੂ ਜੀ ਤੋਂ ਵੀ ਦੂਰ ਹੋਈ ਜਾਂਦੇ ਹਾਂ, ਗੁਰੂ ਦੇ ਗਿਆਨ ਤੋਂ ਦੂਰ ਹੋਈ ਜਾਂਦੇ ਹਾਂ, ਕਿਉਂਕਿ ਸਾਡੇ ਅੰਦਰ ਗੁਰੂ ਦਾ ਪ੍ਰੇਮ ਨਹੀਂ ਕਰ ਰਿਹਾ। ਅਸੀਂ ਤੇ ਸਤਿਗੁਰੂ ਨੂੰ ਵਰਤ ਰਹੇ ਹਾਂ ਜਿਵੇਂ ਅਸੀਂ ਸੰਸਾਰ ਨੂੰ ਵਰਤਦੇ ਹਾਂ ਨਾ। ਆਪਣੇ ਰਿਸ਼ਤੇਦਾਰਾਂ ਤੋਂ ਜਦੋਂ ਸਾਨੂੰ ਕੋਈ ਕੰਮ ਹੋਵੇ, ਆਪਣੇ ਭਰਾ ਨੂੰ ਅਸੀਂ ਭਾਜੀ ਕਹਿੰਦੇ ਹਾਂ, ਜਿੱਦਣ ਸਾਡਾ ਕੰਮ ਹੋ ਗਿਆ ਉਦਣ ਤੂੰ ਕੌਣ ਤੇ ਮੈਂ ਕੌਣ। ਅਸੀਂ ਗੁਰੂ ਨੂੰ ਵੀ ਐਵੇਂ ਹੀ ਕਰ ਰਹੇ ਹਾਂ, ਮਾਫ ਕਰ ਦਿਓ। ਅਸੀਂ ਗੁਰੂ ਦੇ ਨਾਲ ਵੀ ਇੰਨਾ ਕੀ ਰਿਸ਼ਤਾ ਪਾਇਆ ਹੈ, ਕੰਮ ਪੜੇ ਤੋਂ ਸਿਮਰੀਏ, ਕੰਮ ਪੈ ਗਿਆ ਤੇ ਗੁਰੂ ਜੀ ਤੁਸੀਂ ਮੇਰੇ ਹੋ, ਮੈਂ ਤੁਹਾਡਾ ਵਾਂ। ਜਦੋਂ ਕੰਮ ਨਿਕਲ ਗਿਆ ਤੇ ਉਦੋਂ ਤੂੰ ਕੌਣ ਤੇ ਮੈਂ ਕੌਣ। ਇਹ ਹਾਲਾਤ ਆ ਸਾਡੇ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇੱਕ ਸ਼ਬਦ ਬੜਾ ਪਿਆਰਾ ਕਿਹਾ, ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਾਸੈ ਕਾਮ ਤੇ ਨਾ। ਇਹ ਤੇ ਪ੍ਰਮਾਤਮਾ ਦੀ ਕਿਰਪਾ ਹੈ ਨਾ, ਉਹ ਤੇਰੀ ਹਰ ਇੱਕ ਕਾਮਨਾ ਵੀ ਪੂਰੀ ਕਰੇਗਾ। ਪਰ ਅਗਲੀ ਗੱਲ ਚੇਤੇ ਰੱਖੀ, ਸੋ ਐਸਾ ਹਰ ਧਿਆਈਐ ਮੇਰੇ ਜੀੜੇ। ਆ ਤੂੰ ਕੰਮ ਕਰਨਾ ਹੈ, ਇਹ ਨਹੀਂ ਅਸੀਂ ਕਰ ਰਹੇ, ਕਿਉਂਕਿ ਅਸੀਂ ਤੇ ਸੰਸਾਰੀ ਪਦਾਰਥਾਂ ਤੇ ਵਿਕਾਰਾਂ ਦੇ ਵਿੱਚ ਜੀਵਨ ਗਲਤਾਨ ਕਰ ਰਹੇ ਹਾਂ। ਸੱਚ ਮਿਲੇ ਸੇ ਨਾ ਵਿਛੜੇ। ਜਿਹੜੇ ਸੱਚੇ ਪਰਿਪੂਰਨ ਪ੍ਰਮਾਤਮਾ ਦੀ ਭਗਤੀ ਤੇ ਪ੍ਰੇਮ ਦੇ ਨਾਲ ਦਿਲੋਂ ਜੁੜ ਗਏ, ਸੇ ਨਾ ਵਿਛੜੇ। ਉਹਨਾਂ ਨੂੰ ਫਿਰ ਦੁਨੀਆ ਦੀ ਕੋਈ ਤਾਕਤ ਵੀ ਵਿਛੋੜ ਨਹੀਂ ਸਕਦੀ। ਤਿੰਨ ਨਿਜ ਘਰ ਵਾਸਾ ਹੋਏ। ਉਹਨਾਂ ਦੇ ਆਪਣੇ ਘਰ ਦੇ ਵਿੱਚ ਸਦਾ ਅਟਲ ਰਹਿਣ ਵਾਲਾ ਹੁਣ ਪਰਿਪੂਰਨ ਪ੍ਰਮਾਤਮਾ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਵਸ ਜਾਂਦਾ ਹੈ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਹੇ ਮੇਰੇ ਪਰਿਪੂਰਨ ਪ੍ਰਮਾਤਮਾ ਜੀ, ਮੇਰੇ ਵਾਸਤੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਆਸਰਾ ਕੋਈ ਸਹਾਰਾ ਨਹੀਂ ਹੈ। ਸਤਿਗੁਰੂ ਸੱਚ ਪ੍ਰਭ ਨਿਰਮਲਾ।
शब्द मिलावा होए। ਉਹ परिपूर्ण परमात्मा बड़ा प्यारा है। ਉਹਦੇ ਨਾਲ ਮਿਲਾਪ ਗੁਰੂ ਜੀ ਦੇ ਸ਼ਬਦ ਵਿੱਚ ਜੁੜਿਆਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਵਸਾਇਆ ਹੀ ਹੋ ਸਕਦਾ ਹੈ। ਉਹ ਪਰਿਪੂਰਨ ਪਰਮਾਤਮਾ ਜੀ ਬੜੇ ਨਿਰਮਲ ਪਵਿੱਤਰ ਸਵਰੂਪ ਨੇ ਤੇ ਉਹਨਾਂ ਨੂੰ ਆਪਣੇ ਚਿੱਤ ਵਿੱਚ ਜੇ ਵਸਾਉਣਾ ਚਾਹੁੰਦਾ ਹੈ ਤੇ ਤੈਨੂੰ ਵੀ ਆਪਣੇ ਹਿਰਦੇ ਦੀ ਮੈਲ ਧੋਣੀ ਪਵੇਗੀ, ਆਪਣੇ ਆਪ ਨੂੰ ਨਿਰਮਲ ਕਰਨਾ ਪਵੇਗਾ। ਸ਼ਬਦ ਮਿਲੈ ਸੋ ਮਿਲ ਰਹਿ, ਜਿਸਨੂੰ ਆਪੇ ਲੈ ਮਿਲਾਏ। ਫਿਰ ਸਾਹਿਬ ਕਹਿੰਦੇ ਜਦੋਂ ਸ਼ਬਦ ਨਾਲ ਗੁਰੂ ਦਾ ਸਿੱਖ ਜੁੜਦਾ ਹੈ ਨਾ, ਸ਼ਬਦ ਦੀ ਵਿਚਾਰ ਕਰਦਾ ਹੈ। ਹੁਣ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਇਹ ਕਹਿ ਕੇ ਉਹਨਾਂ ਨੂੰ ਦੁਕਾਰ ਦਿੱਤਾ ਗਿਆ ਸੀ ਕਿ ਤੂੰ ਨਿਗੂਰਾ ਹੈ। ਪਰ ਜਿੱਦਣ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਫੋਲੋ ਕੀਤਾ, ਗੁਰਬਾਣੀ ਦੀ ਕਸਵੱਟੀ ਤੇ ਜੀਵਨ ਤੋਰਨਾ ਸ਼ੁਰੂ ਕੀਤਾ, ਉਹਨਾਂ ਨੂੰ ਇੱਕ ਗੱਲ ਦੀ ਜਿਹੜੀ ਐਕਸਪੀਰੀਅੰਸ ਜਿਹੜਾ ਉਹਨਾਂ ਦਾ ਹੋਇਆ ਕਿ ਮੈਨੂੰ ਸ਼ਬਦ ਵਿੱਚੋਂ ਸਭ ਕੁਝ ਮਿਲਿਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੀ ਸ਼ਬਦ ਤੋਂ ਹੋਈ, ਆਸਾ ਕੀ ਵਾਰ ਤੋਂ। ਉਹ ਸ਼ਬਦ ਨੇ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਲਿਆ ਦਿੱਤੀ, ਜ਼ਿੰਦਗੀ ਦੇ ਵਿੱਚ ਬਦਲਾਵ ਲਿਆ ਦਿੱਤਾ। ਸਤਿਗੁਰੂ ਜੀ ਕੇ ਉਸ ਐਕਸਪੀਰੀਅੰਸ ਨੂੰ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਸਿੱਖਿਆ, ਉਹ ਸਾਡੇ ਨਾਲ ਸ਼ੇਅਰ ਕਰ ਰਹੇ ਨੇ। ਕਹਿੰਦੇ ਮੈਨੂੰ ਜੋ ਕੁਝ ਮਿਲਿਆ ਹੈ ਸ਼ਬਦ ਵਿੱਚੋਂ ਮਿਲਿਆ। ਗੁਰੂ ਨਾਨਕ ਸਾਹਿਬ ਦੇ ਉਸ ਗਿਆਨ ਨੂੰ ਮੈਂ ਸਮਝਿਆ, ਅਕਾਲ ਪੁਰਖ ਵਾਹਿਗੁਰੂ ਦੀਆਂ ਉਹ ਰਮਜ਼ਾਂ, ਉਸ ਸਿਧਾਂਤ ਨੂੰ ਮੈਂ ਜਾਣਿਆ। ਸ਼ਬਦ ਮਿਲਿਆ, ਸ਼ਬਦ ਦੇ ਰਾਹੀਂ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਸੋ ਮਿਲ ਰਿਹਾ ਹੈ। ਉਹ ਪਰਿਪੂਰਨ ਪਰਮਾਤਮਾ ਦੇ ਗੁਣਾ ਰੂਪੀ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ। ਉਹਦੇ ਅੰਦਰ ਪਰਮਾਤਮਾ ਦੇ ਗੁਣ ਸਮਾਉਣ ਲੱਗ ਪੈਂਦੇ ਹਨ, ਜਿਸ ਨੂੰ ਆਪੇ ਲੈ ਮਿਲਾਏ। ਫਿਰ ਉਹ ਇਹ ਨਹੀਂ ਕਹਿੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਮਿਲਿਆ ਹਾਂ, ਅਹੰਗ ਨਹੀਂ ਕਰਦਾ, ਉਹ ਮੈਂ ਮੇਰੀ ਨਹੀਂ ਵਿਖਾਉਂਦਾ, ਹਉਮੈ ਨਹੀਂ ਕਰਦਾ। ਉਹ ਕਹਿੰਦਾ ਹੇ ਪਰਿਪੂਰਨ ਪਰਮਾਤਮਾ ਜੀ, ਤੁਸੀਂ ਤਰੁੱਠੇ ਹੋ, ਇਹ ਤੁਹਾਡਾ ਪਿਆਰ ਸੀ ਕਿ ਤੁਸੀਂ ਮੈਨੂੰ ਖਿੱਚ ਕੇ ਵਿਕਾਰਾਂ ਦੀ ਦੁਨੀਆ 'ਚੋਂ ਬਾਹਰ ਕੱਢ ਕੇ ਆਪਣੇ ਨਾਲ ਤੁਸੀਂ ਮੈਨੂੰ ਜੋੜ ਲਿਆ ਹੈ। ਇਹ ਤੁਹਾਡੀ ਕਿਰਪਾ ਬਣੀ ਹੈ, ਮੇਰੀ ਆਪਣੀ ਕੋਈ ਔਕਾਤ ਨਹੀਂ ਸੀ। ਦੂਜੇ ਭਾਏ ਕੋ ਨਾ ਮਿਲੈ। ਹੁਣ ਦੂਜੇ ਭਾਏ ਦਾ ਅਰਥ ਹੈ ਪਹਿਲਾ ਭਾਏ ਹੈ ਪਰਮਾਤਮਾ ਦਾ, ਪਹਿਲਾ ਪ੍ਰੇਮ ਅਕਾਲ ਪੁਰਖ ਦਾ ਹੈ। ਦੂਜਾ ਭਾਏ ਮਾਇਆ ਦਾ ਪ੍ਰੇਮ, ਪਦਾਰਥਾਂ ਦਾ ਪ੍ਰੇਮ। ਦੂਜੇ ਭਾਏ ਕੋ ਨਾ ਮਿਲੈ। ਸਭ ਕਹਿੰਦੇ ਜਿਹੜੇ ਮਾਇਕ ਪਦਾਰਥਾਂ ਵਿੱਚ, ਸਵਾਰਥਾਂ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ, ਜਿਨ੍ਹਾਂ ਦੀ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਪ੍ਰੇਮ ਪਦਾਰਥਾਂ ਦਾ ਹੈ, ਕੋ ਨਾ ਮਿਲੇ। ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦੀਆਂ ਉਹ ਰਹਿਮਤਾਂ, ਉਹ ਬਖਸ਼ਿਸ਼ਾਂ ਨਹੀਂ ਮਿਲ ਸਕਦੀਆਂ। ਉਹ ਉਹਨਾਂ ਤੋਂ ਜਾਣੂ ਵੀ ਨਹੀਂ ਹੋ ਸਕਦੇ। ਫਿਰ ਆਵੇ ਜਾਏ, ਕਿਉਂਕਿ ਉਹ ਨਿਤ ਆਪਣੇ ਵਿਕਾਰਾਂ ਦੀ ਸੋਚ ਦੇ ਵਿੱਚ ਜਨਮ ਲੈਂਦੇ ਹਨ, ਬਾਰ-ਬਾਰ ਮਰਦੇ ਹਨ। ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇ ਕੁਝ ਆ ਗਿਆ ਤੇ ਉਹ ਖੁਸ਼ੀ ਮਨਾਉਣ ਲੱਗ ਪੈਂਦੇ ਹਨ, ਜੇ ਕੁਝ ਚਲਾ ਗਿਆ ਤੇ ਤਾਹਾਂ ਮਾਰ ਕੇ ਰੋਣ ਲੱਗ ਪੈਂਦੇ ਹਨ। ਉਹਨਾਂ ਦੀ ਜ਼ਿੰਦਗੀ ਐਸੀ ਹੈ ਜਿਵੇਂ ਗੇੜਾ ਆਉਂਦਾ ਜਾਂਦਾ ਹੈ, ਖੁਸ਼ੀ ਆ ਗਈ, ਕਦੀ ਗਮੀ ਆ ਗਈ, ਉਹਨਾਂ ਦਾ ਜੀਵਨ ਇਵੇਂ ਚੱਲ ਰਿਹਾ ਹੈ। ਕਿਉਂਕਿ ਉਹਨਾਂ ਦੀ ਜ਼ਿੰਦਗੀ ਸਿਰਫ ਪਦਾਰਥਵਾਦੀ ਹੈ। ਉਹਨਾਂ ਦੇ ਜੀਵਨ ਵਿੱਚ ਸਿਰਫ ਪ੍ਰੇਮ ਪਦਾਰਥਾਂ ਦਾ ਹੈ। ਉਹਨਾਂ ਦੇ ਜੀਵਨ ਦੀ ਅਵਸਥਾ ਇਵੇਂ ਹੈ ਜਿਵੇਂ ਜੀਵਨ ਦੇ ਵਿੱਚ ਕੁਝ ਪਾ ਲਿਆ ਤੇ ਖੁਸ਼ ਹੋ ਗਏ, ਕੁਝ ਗਵਾਚ ਗਿਆ ਤੇ ਪ੍ਰਮਾਤਮਾ ਤੇ ਬਲੇਮ ਕਰਨ ਲੱਗ ਪਏ। ਉਹਨਾਂ ਦਾ ਜੀਵਨ ਇਸੇ ਹੀ ਏੜ ਗੇੜ ਦੇ ਵਿੱਚ ਫਸਿਆ ਹੋਇਆ ਹੈ। ਸਭ ਮੈਂ ਇੱਕ ਵਰਤਦਾ, ਇੱਕੋ ਰਹਿਆ ਸਮਾਏ। ਸਤਿਗੁਰੂ ਕਹਿੰਦੇ ਸਾਰਿਆਂ ਦੇ ਵਿੱਚ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਉਹ ਹਰ ਥਾਂ ਮੌਜੂਦ ਹੈ, ਕੋਈ ਵੀ ਐਸਾ ਟਿਕਾਣਾ ਨਹੀਂ ਜਿੱਥੇ ਉਹਦਾ ਵਾਸਾ ਨਹੀਂ। ਹਰ ਜਗ੍ਹਾ ਉਹ ਰਮਿਆ, ਹਰ ਜਗ੍ਹਾ ਉਹ ਸਮੋਇਆ। ਸਭ ਮੈਂ ਇੱਕ ਵਰਤਦਾ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਕੱਕੇ ਦੇ ਥੱਲੇ ਔਂਕੜ ਹੈ, ਇੱਕ ਵਚਨ ਦਾ ਸੂਚਕ ਹੈ, ਫਸਟ ਪਰਸਨ ਅਕਾਲ ਪੁਰਖ ਵਾਹਿਗੁਰੂ ਵਾਸਤੇ ਹੈ। ਸਭ ਮੈਂ ਇੱਕ ਵਰਤਦਾ, ਸਾਰਿਆਂ 'ਚ ਉਹ ਇੱਕ ਅਕਾਲ ਪੁਰਖ ਆਪ ਵਰਤ ਰਿਹਾ ਹੈ, ਇੱਕ ਹੋ ਰਿਹਾ ਸਮਾਏ। ਤੇ ਉਹ ਸਭ ਥਾਂ ਵਿਆਪਕ, ਉਹ ਕੇਵਲ ਇੱਕ ਅਕਾਲ ਪੁਰਖ ਆਪ ਹੀ ਹੈ। ਜਿਸਨੋਂ ਆਪ ਦਇਆਲ ਹੋਏ, ਸੋ ਗੁਰਮੁਖ ਨਾਮ ਸਮਾਏ। ਕਹਿੰਦੇ ਫਿਰ
ਉਹ ਐਸਾ ਸੋਹਣਾ ਪਰਿਪੂਰਨ ਪਰਮਾਤਮਾ ਹੈ। ਜਦੋਂ ਗੁਰੂ ਦਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਦੇ ਰਾਹੀਂ ਆਪਣੇ ਜੀਵਨ ਨੂੰ ਤਰਾਸ਼ਣ ਲੱਗਦਾ ਹੈ, ਕਰਨੀ ਤੇ ਕਥਨੀ ਉਹਦੀ ਇੱਕ ਹੋ ਜਾਂਦੀ ਹੈ, ਸਿਧਾਂਤ ਗੁਰਮਤਿ ਦਾ ਜੀਵਨ ਵਿੱਚ ਵਸ ਜਾਂਦਾ ਹੈ, ਅੰਦਰੋਂ ਨਿਰਮਲ ਬਾਹਰੋਂ ਨਿਰਮਲ ਵਾਲੀ ਅਵਸਥਾ ਜਦੋਂ ਉਹਦੀ ਬਣ ਜਾਂਦੀ ਹੈ, ਤੇ ਸਮਝ ਲਓ ਪਰਿਪੂਰਨ ਪਰਮਾਤਮਾ ਨੇ ਫਿਰ ਦਇਆ ਕਰ ਦਿੱਤੀ ਹੈ। ਉਹ ਦਿਆਲੂ ਹੋ ਗਿਆ ਹੈ ਕਿ ਉਸ ਨੇ ਗੁਰੂ ਦੇ ਸਨਮੁਖ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜੀਵਨ 'ਚ ਵਸਾ ਕੇ ਆਪਣੀ ਸਿਫਤ ਸਲਾਹ ਦੇ ਨਾਲ ਜੋੜ ਲਿਆ ਹੈ, ਜਿਸ ਨੂੰ ਆਪ ਦਇਆਲ ਹੋਏ। ਫਿਰ ਸਮਝ ਲਓ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਦਇਆ ਕਰ ਦਿੱਤੀ ਹੈ ਕਿ ਮੇਰੇ ਵਰਗੇ ਅਕ੍ਰਿਤ ਕਣ ਨੂੰ, ਮੈਲੇ ਇਨਸਾਨ ਨੂੰ ਸਤਿਗੁਰੂ ਜੀ ਦੀ ਵਿਚਾਰਧਾਰਾ ਗੁਰੂ ਸ਼ਬਦ ਦੀ ਸਮਝ ਦੇ ਨਾਲ ਸਦਾ ਅਟਲ ਰਹਿਣ ਵਾਲੇ ਆਪਣੀ ਸਿਫਤ ਸਲਾਹ ਦੇ ਵਿੱਚ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋੜ ਲਿਆ ਹੈ। ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ। ਹੁਣ ਸਤਿਗੁਰੂ ਜੀ ਅਗਲੀ ਗੱਲ ਕਰ ਰਹੇ ਗੁਰੂ ਅਮਰਦਾਸ ਸਾਹਿਬ ਜੀ, ਕਹਿੰਦੇ ਜਿਹੜੇ ਪੰਡਤ ਨੇ, ਜੋਤਸ਼ੀ ਲੋਕ ਨੇ, ਹੁਣ ਸਾਨੂੰ ਸਮਝਾ ਰਹੇ ਨੇ ਪਾਤਸ਼ਾਹ ਕਿ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਜੋਤਸ਼ੀਆਂ ਨੂੰ ਹੱਥ ਵਿਖਾਈ ਫਿਰਦੇ ਹਨ, ਪੜਦਾ ਤੇ ਕੋਲੋਂ ਟੇਵੇ ਲਵਾਈ ਫਿਰਦੇ ਹਨ, ਸਭ ਕਹਿੰਦੇ ਇਹ ਸਾਰੇ ਦੇ ਸਾਰੇ ਪਤਾ ਕੀ ਹਨ? ਇਹ ਪੰਡਤ ਤੇ ਜੋਤਸ਼ੀ ਲੋਕ ਜਿਹੜੇ ਸ਼ਾਸਤਰ ਪੜ੍ਹ ਪੜ੍ਹ ਕੇ ਨਿਰੀਆਂ ਬਹਿਸਾਂ ਹੀ ਕਰ ਰਹੇ ਹਨ, ਇਹਨਾਂ ਕੋਲ ਹੈ ਕੁਝ ਨਹੀਂ, ਕਿਉਂਕਿ ਇਹਨਾਂ ਦੇ ਅੰਦਰ ਤੇ ਆਪ ਮਾਇਆ ਦੇ ਲਾਲਚ ਭਰੇ ਹੋਏ ਹਨ। ਭੋਲੇ ਭਾਲੀ ਲੋਕਾਂ ਨੂੰ, ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਮਤ ਬੁੱਧ ਭਵੀ ਨਾ ਬੁਝਈ, ਅੰਤਰ ਲੋਭ ਵਿਕਾਰ। ਮਤ ਬੁੱਧ ਭਵੀ ਨਾ ਬੁਝਈ। ਸਾਹਿਬ ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਮਤ, ਉਹਨਾਂ ਦੀ ਅਕਲ ਕੁਰਾਹੀ ਹੀ ਪੈ ਜਾਂਦੀ ਹੈ। ਕਿਉਂ ਉਹ ਜੀਵਨ ਦੇ ਸਹੀ ਰਸਤੇ ਨੂੰ ਨਹੀਂ ਸਮਝ ਪਾਉਂਦੇ, ਕਿਉਂਕਿ ਉਹਨਾਂ ਦੇ ਅੰਦਰ ਸਿਰਫ ਲੋਭ ਤੇ ਲਾਲਚ ਹੀ ਮੌਜੂਦ ਹੁੰਦਾ ਹੈ। ਉਹ ਕੇਵਲ ਲੋਕਾਂ ਦੇ ਕੋਲੋਂ ਠੱਗਣ ਵਾਸਤੇ ਉਹਨਾਂ ਨੂੰ ਜੋਤਸ਼ੀਆਂ ਦੇ ਚੱਕਰਾਂ ਦੇ ਵਿੱਚ ਪਾਉਂਦੇ ਹਨ, ਟੇਵਿਆਂ ਛੇਵਿਆਂ ਦੇ ਜੀਵਨ ਵਿੱਚ ਫਸਾ ਦਿੰਦੇ ਹਨ। ਜੇ ਅਸੀਂ ਸਿੱਖ ਅਖਵਾ ਕੇ ਵੀ ਜੇ ਇਹ ਕੰਮ ਕਰ ਰਹੇ ਹਾਂ ਨਾ, ਫਿਰ ਅਸੀਂ ਸਿੱਖ ਨਹੀਂ। ਕੋਈ ਧਾਗਿਆਂ ਤਵੀਤਾਂ ਦੇ ਪਿੱਛੇ ਤੁਰਿਆ ਫਿਰਦਾ ਹੈ, ਕੋਈ ਟੇਵਿਆਂ ਛੇਵਿਆਂ ਮਹੂਰਤਾਂ ਦੇ ਪਿੱਛੇ ਤੁਰਿਆ ਫਿਰਦਾ ਹੈ, ਫਿਰ ਇਹ ਗੁਰੂ ਨਾਨਕ ਦੇ ਸਿੱਖ ਦਾ ਪਹਿਚਾਣ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿੱਖ ਨਾ ਕਿਸੇ ਜੋਤਸ਼ੀ ਨੂੰ ਹੱਥ ਵਿਖਾਉਂਦਾ ਹੈ, ਨਾ ਕੋਈ ਟੇਵੇ ਛੇਵਿਆਂ ਦੇ ਪਿੱਛੇ ਤੁਰੀ ਫਿਰਦਾ ਹੈ, ਨਾ ਕੋਈ ਉਹ ਪੱਥਰਾਂ ਦਾ ਪੁਜਾਰੀ ਹੈ, ਨੀਲਮ ਪਾ ਲਿਆ, ਪੁਖਰਾਜ ਪਾ ਲਿਆ, ਆਹ ਅੰਗੂਠੀ ਜੀ ਮੈਂ ਚਿੱਟੇ ਪੱਥਰ ਦੀ ਪਾਈ ਹੈ, ਮੈਨੂੰ ਕ੍ਰੋਧ ਬੜਾ ਆਉਂਦਾ, ਇਹਦੇ ਨਾਲ ਕੰਟਰੋਲ ਹੋ ਜੂ। ਸਤਿਗੁਰੂ ਕਹਿੰਦੇ ਪੱਥਰਾਂ ਦੇ ਨਾਲ ਵੀ ਕਦੀ ਕੰਟਰੋਲ ਹੋਇਆ ਹੈ। ਜੀਵਨ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ, ਗੁਰੂ ਸ਼ਬਦ ਨਾਲ ਜੁੜ। ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਤ ਬੁੱਧ ਭਵੀ ਨਾ ਬੁਝਈ, ਅੰਤਰ ਲੋਭ ਵਿਕਾਰ। ਐਸੇ ਮਨੁੱਖਾਂ ਦੀ ਮਤ ਤੇ ਬੁੱਧ ਕੁਰਾਹੇ ਪਈ ਰਹਿੰਦੀ ਹੈ, ਕਿਉਂਕਿ ਉਹਨਾਂ ਦੇ ਅੰਦਰ ਸਿਵਾਏ ਲਾਲਚ ਤੋਂ ਹੋਰ ਕੁਝ ਵੀ ਨਹੀਂ ਆਉਂਦਾ। ਉਹ ਬੇਈਮਾਨ ਹੁੰਦੇ ਨੇ, ਲਾਲਚੀ ਹੁੰਦੇ ਨੇ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। 184 ਭਰਮ ਦੇ ਭ੍ਰਮ ਬ੍ਰਹਮ ਹੋਏ ਖੁਆਰ। ਹੁਣ ਇੱਥੇ ਧਿਆਨ ਦੇਣਾ, ਥੋੜਾ ਜਿਹਾ ਆਪਾਂ 1 ਮਿੰਟ ਰੁਕਣਾ ਹੈ। 184 ਭਰਮ ਦੇ। ਹੁਣ ਸਤਿਗੁਰੂ ਜੀ ਨੇ ਇੱਥੇ ਨਾ, ਜਿਵੇਂ ਆਪਾਂ ਇੱਕ ਮੁਹਾਵਰਾ ਵਰਤਦੇ ਇਵੇਂ ਬਾਤ ਕੀਤੀ ਹੈ। ਕਹਿੰਦੇ ਐਸੇ ਮਨੁੱਖਾਂ ਦਾ ਜੀਵਨ ਮਨ ਨੂੰ ਕਿਸ ਤਰ੍ਹਾਂ ਦਾ ਹੈ? ਜਿਵੇਂ 84 ਦਾ ਗੇੜ ਬਣਿਆ ਹੋਵੇ, ਭਾਵ ਜੰਮਣਾ ਮਰਨਾ ਜੰਮਣਾ ਮਰਨਾ। ਇਹ ਮਨੁੱਖ ਜਿਉਂਦੇ ਜਾਗਦੇ ਹੀ ਕਈ ਜਾਨਵਰਾਂ ਵਾਲੀਆਂ ਜੋਨਾਂ ਦੇ ਸੁਭਾਵਾਂ ਦੇ ਵਿੱਚ ਵਰਤ ਰਹੇ ਹਨ। ਹੁਣ ਲਾਲਚ ਦਾ ਸੁਭਾਅ ਕਿਹਦਾ ਹੈ? ਕੁੱਤੇ ਦਾ ਹੈ। ਕਾਮੀ ਦਾ ਸੁਭਾਅ ਹਾਥੀ ਦਾ ਹੈ। ਸਤਿਗੁਰੂ ਕਹਿੰਦੇ ਐਸੇ ਮਨੁੱਖ ਲਾਲਚ ਦੇ ਮਰੇ ਹੋਏ ਨਿਤ ਪਤਾ ਨਹੀਂ ਕਿੰਨੀਆਂ ਜੋਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਉਂਦੇ ਨੇ, ਮਰਦੇ ਹਨ। ਇਹ 84 ਦੇ ਇਸ ਗੇੜ ਦੇ ਵਿੱਚ ਪੈ ਰਹਿੰਦੇ ਹਨ, ਭਰਮਦੇ ਹਨ ਤੇ ਖੁਆਰ ਹੋ ਰਹੇ ਹਨ। ਪੂਰਬ ਲਿਖਿਆ ਕਮਾਵਣਾ, ਕੋਏ ਨਾ ਮਿਟਣ ਹਾਰ। ਹੁਣ ਸਤਿਗੁਰੂ ਜੀ ਨਿਚੋੜ ਦੱਸ ਰਹੇ, ਕਹਿੰਦੇ ਨਿਚੋੜ ਕੀ ਦੱਸ ਰਹੇ? ਹੁਣ ਪੂਰਬ ਲਿਖਿਆ ਕਮਾਵਣਾ, ਕਿਹੜਾ ਪੂਰਬ ਲਿਖਿਆ? ਮੇਰੇ ਜਨਮ ਤੋਂ ਪਹਿਲਾਂ ਨਹੀਂ। ਮਾਫ ਕਰਨਾ, ਗੁਸਤਾਖੀ ਮਾਫ। ਗੁਰਬਤ ਦੇ ਸਿਧਾਂਤ ਨੂੰ ਸਮਝਣਾ ਹੈ ਆਪਾਂ। ਜਿੱਦਣ ਮੈਂ ਜਨਮ ਲਿਆ ਉਦੋਂ ਤੋਂ ਜੋ ਮੈਂ ਲਿਖਣਾ ਸ਼ੁਰੂ ਕੀਤਾ, ਭਾਵ ਜੇ ਮੈਂ ਝੂਠ ਲਿਖਿਆ ਮੈਨੂੰ ਝੂਠ ਮਿਲਿਆ। ਜਿਹੋ ਜੇ ਮੈਂ ਆਪਣੇ ਜੀਵਨ ਦੇ ਵਿੱਚ ਕਰਮ ਲਿਖ ਰਿਹਾ
ਪੂਰਬਲਾ ਕਰਮ ਤੇ ਹੋਵੇਗਾ ਹੀ, ਚਲੋ ਮੰਨ ਲੈਂਦੇ ਆ, ਪੂਰਬਲਾ ਜੀਵਨ ਆਪਾਂ ਛੱਡ ਦਈਏ। ਸੁਧਾਰਨ ਦਾ ਮੌਕਾ ਹੈ ਇਸ ਸਮੇਂ ਦੇ ਵਿੱਚ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਪੂਰਬਲੇ ਜਨਮ ਦੀਆਂ ਬਾਤਾਂ ਬਾਅਦ ਚ ਕਰਾਂਗੇ, ਪਹਿਲਾਂ ਅੱਜ ਦੀ ਗੱਲ ਕਰੀਏ। ਅੱਜ ਤੂੰ ਕੀ ਕੀਤਾ ਹੈ, ਅੱਜ ਤੂੰ ਕੀ ਕਮਾਇਆ ਹੈ। ਜੋ ਕੁਝ ਤੂੰ ਅੱਜ ਲਿਖ ਰਿਹਾ ਤੇ ਤੂੰ ਇਹ ਸੋਚੇ ਕਿ ਬੇਈਮਾਨੀ ਤੇ ਕਰਕੇ ਤੇ ਮੈਨੂੰ ਸਵਰਗ ਮਿਲ ਜਾਵੇਗਾ, ਨਹੀਂ। ਜੋ ਬੇਈਮਾਨੀ ਕੀਤੀ ਹੈ ਇਹਦਾ ਰਿਜ਼ਲਟ ਇੱਥੇ ਹੀ ਭੋਗਣਾ ਪਵੇਗਾ। ਜੋ ਕੁਝ ਪੂਰਬ ਲਿਖਿਆ ਕਮਾਵਣਾ, ਜੋ ਕੁਝ ਤੂੰ ਜਨਮ ਤੋਂ ਲੈ ਕੇ ਹੁਣ ਤੱਕ ਲਿਖਿਆ ਆਪਣੇ ਕੰਮਾਂ ਨਾਲ, ਭਾਵ ਮੈਂ ਕਿਸੇ ਨਾਲ ਧੋਖਾ ਕੀਤਾ ਹੈ, ਕਿਸੇ ਨਾਲ ਬੇਈਮਾਨੀ ਕੀਤੀ ਹੈ, ਕਿਸੇ ਦਾ ਮੈਂ ਘਰ ਲੁੱਟਿਆ ਹੈ, ਕਿਸੇ ਦੇ ਪ੍ਰਤੀ ਮੈਂ ਮਨ 'ਚ ਮੈਲ ਰੱਖੀ ਹੈ, ਇਹ ਸਾਰੇ ਪਾਪ, ਜਿਹੜੇ ਪਾਪ ਮਾਫ ਕਰਨਾ, ਇਹ ਜਿਹੜੇ ਗੁਨਾਹਾਂ ਦੇ ਕਰਮ ਮੈਂ ਲਿਖੇ ਹੋਏ ਨੇ, ਹੁਣ ਇਹੀ ਹੀ ਮੈਨੂੰ ਅੱਗੇ ਭੋਗਣੇ ਪੈਣਗੇ। ਸਤਿਗੁਰੂ ਜੀ ਇੱਥੇ ਗੱਲ ਉਹ ਪੰਡਤਾਂ ਦੀ ਕਰ ਰਿਹਾ ਜਿਹੜੇ ਜੋਤਸ਼ੀ ਬਣ ਕੇ ਮਨੁੱਖ ਨੂੰ ਇਹ ਕਹਿੰਦੇ ਵੀ ਤੇਰੇ ਤੇ ਆਹ ਲੀਕ ਇੱਧਰ ਨੂੰ ਜਾ ਰਹੀ, ਤੇਰੀ ਉੱਧਰ ਨੂੰ ਜਾ ਰਹੀ। ਸਭ ਕਹਿੰਦੇ ਇੱਕ ਗੱਲ ਚਿੱਤੇ ਰੱਖਿਓ, ਜਿਹੋ ਜੇ ਤੁਸੀਂ ਕੰਮ ਅੱਜ ਕਰ ਰਹੇ ਹੋ ਫਿਊਚਰ ਉਹੋ ਜਿਹਾ ਹੀ ਹੈ, ਪ੍ਰੈਜ਼ੈਂਟ ਜਿਹੋ ਜਿਹਾ ਹੈ। ਗੁਰੂ ਨਾਨਕ ਸਾਹਿਬ ਜੀ ਪ੍ਰੈਜ਼ੈਂਟ ਨੂੰ ਸਵਾਰਨ ਦੀ ਗੱਲ ਕਰਦੇ, ਜੇ ਅੱਜ ਮੈਂ ਚੰਗੇ ਕੰਮ ਕਰਾਂਗਾ ਜ਼ਾਹਿਰਾ ਤੌਰ ਤੇ ਮੈਨੂੰ ਕੱਲ ਉਹਦਾ ਫਲ ਚੰਗਾ ਮਿਲੂਗਾ। ਪਰ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜਿਹੋ ਜੀ ਅੱਜ ਮੈਂ ਖੇਤੀ ਬੀਜ ਰਿਹਾ ਉਹੋ ਜੀ ਕੱਲ ਮੈਂ ਕਮਾਵਾਂਗਾ। ਪੂਰਬ ਲਿਖਿਆ ਕਮਾਵਣਾ, ਜਿਹੋ ਜਿਹਾ ਤੂੰ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੰਗੇ ਜਾਂ ਮਾੜੇ ਕਰਮ ਆਪਣੀ ਜ਼ਿੰਦਗੀ ਦੇ ਲਿਖੇ ਹਨ, ਉਹੀ ਤੈਨੂੰ ਮਿਲਣਾ ਹੈ, ਕੋਈ ਨਾ ਮਿਟਣਹਾਰ। ਦੁਨੀਆ ਦੀ ਕੋਈ ਤਾਕਤ ਤੇਰੇ ਉਹਨਾਂ ਕਰਮਾਂ ਨੂੰ ਮਿਟਾ ਨਹੀਂ ਸਕਦੀ। ਉਹ ਕੋਈ ਇਹੋ ਜਿਹੀ ਤਾਕਤ ਨਹੀਂ ਜੋ ਸਮਰਥ ਹੋਵੇ ਤੇਰੇ ਉਹਨਾਂ ਅਵਗੁਣਾਂ ਨੂੰ ਮਿਟਾਉਣ ਦੀ। ਇਹ ਤੂੰ ਆਪ ਕੋਸ਼ਿਸ਼ ਕਰਨੀ ਹੈ, ਆਪਣੇ ਅਵਗੁਣਾਂ ਦੀ ਤੋਬਾ ਕਰਕੇ ਗੁਣਾਂ ਦੇ ਰਸਤੇ 'ਤੇ ਤੁਰਨਾ ਹੈ। ਅੱਜ ਵੀ ਮੌਕਾ ਹੈ, ਅੱਜ ਤੋਂ ਕੋਸ਼ਿਸ਼ ਕਰ ਚੰਗੇ ਕੰਮ ਕਰਨ ਦੀ, ਚੰਗੇ ਰਸਤੇ 'ਤੇ ਤੁਰਨ ਦੀ। ਸਤਿਗੁਰੂ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸਭ ਕਹਿੰਦੇ ਸਤਿਗੁਰੂ ਕੀ ਸੇਵਾ, ਜਿਹੜੀ ਗੁਰੂ ਦੀ ਸੇਵਾ ਹੈ, ਗਾਖੜੀ ਦਾ ਅਰਥ ਹੈ ਕਠਨ, ਔਖੀ। ਦੀਜੈ ਦੇਣਾ ਪੈਂਦਾ ਹੈ, ਆਪ ਗਵਾਏ। ਸਭ ਕਹਿੰਦੇ ਨੇ ਜੇ ਗੁਰੂ ਦੀ ਤੂੰ ਸੇਵਾ ਕਰਨੀ ਚਾਹੁੰਦਾ, ਹੁਣ ਕਿਹੜੀ ਸੇਵਾ, ਸ਼ਬਦ ਲੰਬਾ ਹੈ ਥੋੜਾ ਜਿਹਾ, ਮੈਂ 10 ਮਿੰਟ ਮਾਫ ਕਰਨਾ, ਜ਼ਿਆਦਾ ਲੱਗ ਜਾਣਗੇ ਅੱਜ। ਸੇਵਾ ਕਿਹੜੀ ਹੈ? ਥਾਲੀਆਂ ਮਾਂਜਣੀਆਂ ਇੱਕ ਸੇਵਾ ਦਾ ਪੱਖ ਹੈ। ਗੁਰਦੁਆਰੇ ਜਾ ਕੇ ਚਰਨ ਝਾੜਨੇ, ਜੋੜੇ ਝਾੜਨੇ, ਬਰਤਨਾਂ ਦੀ ਸੇਵਾ ਕਰਨੀ, ਹੋਏ ਸਾਰੀਆਂ ਸੇਵਾ ਦੇ ਇੱਕ ਪੱਖ ਨੇ, ਇੱਕ ਅੰਗ ਨੇ ਸੇਵਾ ਦੇ। ਪਰ ਸਭ ਤੋਂ ਵੱਡੀ ਸੇਵਾ ਕੀ ਹੈ? ਸਤਿਗੁਰੂ ਕੀ ਮੱਤ ਤੇ ਚੱਲਣਾ, ਗੁਰੂ ਜੀ ਕੇ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਵਸਾਉਣਾ, ਗੁਰੂ ਦੇ ਦੱਸੇ ਰਸਤੇ ਦੇ ਉੱਤੇ ਤੁਰਨਾ। ਸਭ ਕਹਿੰਦੇ ਬੜਾ ਔਖਾ ਹੈ। ਸੱਚ ਜਾਣਿਓ, ਝੂਠ ਦਾ ਰਸਤਾ ਧਾਰਨ ਕਰਨਾ ਬੜਾ ਸੌਖਾ ਹੈ, ਸੱਚ ਦਾ ਰਸਤਾ ਧਾਰਨ ਕਰਨਾ ਔਖਾ ਹੈ। ਝੂਠ ਦੇ ਰਸਤੇ ਦੇ ਉੱਪਰ ਤੁਹਾਡੇ ਬਹੁਤਾਤ ਸੰਗੀ ਬਣ ਜਾਣਗੇ, ਸੱਚ ਦੇ ਰਸਤੇ ਤੇ ਤੁਸੀਂ ਇਕੱਲੇ ਰਹਿ ਜਾਓਗੇ। ਝੂਠ ਦੇ ਰਸਤੇ ਤੇ ਸੰਸਾਰੀ ਲੋਕ ਤੇ ਨਾਲ ਹੋਣਗੇ, ਪਰ ਪ੍ਰਮਾਤਮਾ ਨਾਲ ਨਹੀਂ ਹੋਵੇਗਾ। ਸੱਚਾ ਗਿਆਨ ਗੁਰੂ ਦਾ ਨਾਲ ਨਹੀਂ ਹੋਵੇਗਾ, ਗੁਰੂ ਦੀ ਬਖਸ਼ਿਸ਼ ਨਹੀਂ ਹੋਵੇਗੀ ਨਾਲ। ਜੇ ਗੁਰੂ ਦੇ ਰਸਤੇ ਤੇ ਤੁਰੋਗੇ, ਗੁਰੂ ਤੇ ਨਾਲ ਹੋਵੇਗਾ, ਪ੍ਰਮਾਤਮਾ ਵੀ ਨਾਲ ਹੋਵੇਗਾ, ਫਿਰ ਇਹ ਝੂਠੇ ਸੰਸਾਰੀ ਮਨੁੱਖ ਕੁਝ ਨਹੀਂ ਵਿਗਾੜ ਸਕਣਗੇ। ਹੁਣ ਇਹ ਰਸਤਾ ਅਸੀਂ ਚੁਣਨਾ ਹੈ ਕਿ ਦੋਵਾਂ ਚੋਂ ਕਿਹੜਾ ਚੁਣਦੇ ਹਾਂ। ਜੇ ਗੁਰੂ ਦਾ ਰਸਤਾ ਅਪਣਾਉਣਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੈ, ਫਿਰ ਸੰਸਾਰੀ ਲੋਕਾਂ ਨੇ ਢੀਮਾਂ ਵੀ ਮਾਰਨੀਆਂ ਨੇ, ਪੱਥਰ ਵੀ ਮਾਰਨੇ ਨੇ। ਬਾਬੇ ਨਾਨਕ ਜੀ ਨੇ ਵੀ ਖਾਧੇ, ਕਿਸੇ ਨੇ ਭੂਤਨਾ ਕਿਹਾ, ਕਿਸੇ ਨੇ ਬੇਤਾਲਾ ਕਿਹਾ, ਪਰ ਸਤਿਗੁਰੂ ਜੀ ਦ੍ਰਿੜਤਾ ਦੇ ਨਾਲ ਟਿਕੇ ਰਹੇ। ਕਹਿ ਦਿੱਤਾ ਕੋਈ ਆਖੇ ਭੂਤਨਾ, ਕੋ ਕਹਿ ਬੇਤਾਲਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਸੱਚ ਕਹਿਣ ਵਾਲੇ ਨੂੰ ਲੋਕਾਂ ਨੇ ਫਿਟਕਾਰਾਂ ਵੀ ਦੇਣੀਆਂ ਨੇ, ਕਿਉਂਕਿ ਅੱਜ ਤੱਕ ਜੋ ਝੂਠ ਲੋਕੀ ਕਮਾਉਂਦੇ ਆਏ ਨੇ, ਜਦੋਂ ਉਹਨਾਂ ਦੇ ਸਾਹਮਣੇ ਸੱਚ ਦਾ, ਜਦੋਂ ਸੱਚ ਜ਼ਾਹਰ ਹੁੰਦਾ ਹੈ, ਸੂਰਜ ਬਣ ਕੇ ਚਮਕਦਾ ਹੈ, ਤੇ ਝੂਠ ਦੀਆਂ ਜਿਹੜੀਆਂ ਠੱਗੀਆਂ ਫਰੇਬੀਆਂ ਮਾਰਨ ਵਾਲੇ ਨੂੰ ਡਰ ਪੈ ਜਾਂਦਾ ਹੈ, ਕਿਤੇ ਇਹ ਨਾ ਹੋਵੇ ਕਿ ਅਸੀਂ ਵੀ ਇਸ ਚੱਕੀ ਵਿੱਚ ਪੀਸੀ ਜਾਈਏ। ਇਸ ਕਰਕੇ ਉਹ ਵਿਰੋਧਤਾ ਵਿੱਚ ਆ ਖੜਦੇ ਹਨ, ਪਰ ਸਚਿਆਰ ਮਨੁੱਖ ਨਹੀਂ ਡਰਦਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਤਿਗੁਰੂ ਕੀ ਸੇਵਾ ਗਾਖੜੀ,
ਗੁਰੂ ਜੀ ਦੇ ਗਿਆਨ ਦੇ ਰਸਤੇ ਤੇ ਤੁਰਨਾ, ਇਸ ਸੇਵਾ ਨੂੰ ਕਮਾਉਣਾ ਬਹੁਤ ਔਖਾ ਹੈ। ਕਿਉਂ? ਇੱਥੇ ਕੀ ਕਰਨਾ ਪੈਂਦਾ ਹੈ? ਸਿਰ ਦੀਜੈ ਆਪ ਗਵਾਏ। ਸਿਰ ਦੇਣ ਦਾ ਮਤਲਬ ਇੱਥੇ ਸਮਰਪਣ ਕਰਨਾ ਪੈਂਦਾ ਹੈ। ਇੱਥੇ ਇਹ ਨਹੀਂ ਕਿ ਮੈਂ ਆਪਣੇ ਸਿਰ ਵਿੱਚ ਮੱਥਾ ਵੀ ਗੁਰੂ ਦੇ ਅੱਗੇ ਟੇਕੀ ਜਾਵਾਂ ਤੇ ਮੱਤ ਆਪਣੀ ਚਲਾਈ ਜਾਵਾਂ, ਆਪਣੀਆਂ ਮਨ ਮਰਜ਼ੀਆਂ ਕਰੀ ਜਾਵਾਂ। ਅੱਜ ਇਹੀ ਹੋ ਰਿਹਾ ਹੈ, ਮੱਥੇ ਵੀ ਗੁਰੂ ਜੀ ਅੱਗੇ ਟੇਕ ਰਹੇ ਹਾਂ, ਕਰ ਵੀ ਆਪਣੀਆਂ ਮਨ ਮਰਜ਼ੀਆਂ ਰਹੇ ਹਾਂ। ਧੰਨ ਗੁਰਬਾਣੀ ਦੀ ਵਿਚਾਰ, ਗੁਰੂ ਗੋਬਿੰਦ ਮਾਫ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਹੀਂ ਜੀਵਨ 'ਚ ਵਸ ਰਿਹਾ। ਇਸੇ ਕਰਕੇ ਅਸੀਂ ਨਿਤ ਪਰੇਸ਼ਾਨ ਹਾਂ, ਨਿਤ ਦੁਖੀ ਹਾਂ। ਸਾਹਿਬ ਕਹਿੰਦੇ ਸਤਿਗੁਰੂ ਕੀ ਸੇਵਾ ਗਾਖੜੀ, ਗੁਰੂ ਜੀ ਦੀ ਸੇਵਾ ਬੜੀ ਔਖੀ ਹੈ, ਮਿਹਨਤ ਕਰਨੀ ਪੈਂਦੀ ਹੈ। ਸਿਰ ਦੀਜੈ, ਇੱਥੇ ਆਪਣੀ ਮੱਤ ਗੁਰੂ ਦੇ ਹਵਾਲੇ ਕਰਨੀ ਪੈਂਦੀ ਹੈ, ਆਪ ਗਵਾਏ, ਤੇ ਆਪਣੇ ਵਿੱਚੋਂ ਮੈਂ ਮੇਰੀ ਮਕਾਉਣੀ ਪੈਂਦੀ ਹੈ। ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਕਹਿੰਦੇ ਜੇਕਰ ਬੰਦਾ ਸ਼ਬਦ ਦੇ ਰਾਹੀਂ ਗੁਰੂ ਜੀ ਦੇ ਗਿਆਨ ਦੇ ਵਿੱਚ ਤੁਰਨ ਲੱਗ ਪਵੇ, ਫਿਰ ਉਸ ਨੂੰ ਸੱਚੇ ਪਰਿਪੂਰਨ ਪ੍ਰਮਾਤਮਾ ਦੀਆਂ ਰਮਜ਼ਾਂ ਸਮਝ ਆਉਣ ਲੱਗ ਪੈਂਦੀਆਂ ਹਨ, ਤੇ ਉਹ ਹਰ ਮਿਲੇ ਸੇਵਾ ਪਵੈ ਸਭ ਥਾਏ। ਸ਼ਬਦ ਮਿਲੈ ਤਾਂ ਹਰ ਮਿਲੈ। ਜਦੋਂ ਕੋਈ ਜੀਵ ਗੁਰੂ ਸ਼ਬਦ ਵਿੱਚ ਜੁੜਦੇ ਹਨ, ਉਹਨਾਂ ਨੂੰ ਫਿਰ ਪਰਿਪੂਰਨ ਪ੍ਰਮਾਤਮਾ ਗੁਰੂ ਸ਼ਬਦ, ਗੁਰੂ ਦੇ ਗਿਆਨ ਦੇ ਰਾਹੀਂ ਮਿਲ ਪੈਂਦਾ ਹੈ, ਤੇ ਉਹਨਾਂ ਦੀ ਸੇਵਾ ਪਰਿਪੂਰਨ ਪ੍ਰਮਾਤਮਾ ਦੇ ਘਰ ਵਿੱਚ ਕਬੂਲ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਆਪਣਾ ਮਨ, ਆਪਣਾ ਤਨ ਸਭ ਗੁਰੂ ਨੂੰ ਦੇ ਦਿੱਤਾ ਹੈ। ਹੁਣ ਆਪਣੀ ਮਨ ਮਰਜ਼ੀ ਕੋਈ ਰਹੀ ਨਹੀਂ, ਆਪਣੀਆਂ ਸਿਆਣਪਾਂ ਚਤੁਰਾਈਆਂ ਕੋਈ ਰਹੀਆਂ ਨਹੀਂ। ਫਿਰ ਗੁਰੂ ਜੀ ਨੇ ਕੀ ਕੀਤਾ? ਦੇਖੋ ਕਿੰਨੇ ਪਿਆਰਾ ਸ਼ਬਦ ਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਜਦੋਂ ਮੈਂ ਆਪਣੇ ਵਿੱਚੋਂ ਆਪਣਾ ਅਹੰਗ ਮੁਕਾ ਦਿੱਤਾ, ਆਪਣੀ ਮੈਂ ਮੇਰੀ ਮੁਕਾ ਦਿੱਤੀ, ਜਦੋਂ ਆਪਣੇ ਵਿੱਚੋਂ ਆਪਣੀ ਮੈਂ ਨੂੰ ਕੱਢ ਕੇ ਸਾਈਡ ਤੇ ਰੱਖ ਦਿੱਤਾ, ਸਮਰਪਣ ਕਰ ਦਿੱਤਾ ਸਭ ਕੁਝ ਗੁਰੂ ਜੀ ਨੂੰ, ਫਿਰ ਕੀ ਗੁਰੂ ਜੀ ਨੇ ਕੀਤਾ? ਪਾਰਸ ਪਰਸੀਏ ਪਾਰਸ ਹੋਏ, ਜੋਤੀ ਜੋਤ ਸਮਾਏ। ਫਿਰ ਜਿਵੇਂ ਪਾਰਸ ਨੂੰ ਪਾਰਸ ਛੂਹ ਕੇ ਪਾਰਸ ਬਣ ਜਾਂਦਾ ਹੈ ਨਾ, ਜਿਵੇਂ ਜੋਤ ਵਿੱਚ ਜੋਤ ਰਲ ਜਾਂਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਆਪਣਾ ਐਕਸਪੀਰੀਅੰਸ ਪ੍ਰੈਕਟੀਕਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਕਿੱਥੇ ਮੈਂ ਇੰਨੀਆਂ ਦੇਵੀ ਦੀਆਂ ਯਾਤਰਾਵਾਂ ਤੇ ਤੁਰਿਆ ਫਿਰਦਾ ਸੀ, ਜਿੱਦਣ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਨੂੰ ਸਮਝਿਆ, ਸਮਰਪਣ ਕਰ ਦਿੱਤਾ ਸਤਿਗੁਰੂ ਕੇ ਸਿਧਾਂਤ ਉੱਤੇ ਆਪਣੇ ਆਪ ਨੂੰ, ਇੱਕ ਦਿਨ ਐਸਾ ਆਇਆ ਜਿੱਦਣ ਮੇਰੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੈਨੂੰ ਆਪਣੇ ਨਾਲ ਲਾ ਕੇ ਪਾਰਸ ਕਰ ਦਿੱਤਾ। ਮੈਨੂੰ ਇਸ ਯੋਗ ਜਾਣ ਕੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਤੀਸਰਾ ਪ੍ਰਚਾਰਕ, ਮੁੱਖ ਪ੍ਰਚਾਰਕ ਮੈਨੂੰ ਥਾਪ ਦਿੱਤਾ। ਮੇਰੇ ਵਾਸਤੇ ਤੇ ਇਵੇਂ ਹੈ, ਪਾਰਸ ਪਰਸੀਏ ਪਾਰਸ ਹੋਏ। ਗੁਰਾਂ ਦੀ ਅਮੋਲਕ ਦਾਤ, ਗੁਰੂਆਂ ਜੀ ਦੀ ਅਮੋਲਕ ਗਿਆਨ ਦੀ ਸਮਝ ਐਸੀ ਹੈ ਜਿਹਦੇ ਨਾਲ ਲੱਗ ਕੇ ਜੀਵ ਖੁਦ ਅਮੋਲਕ ਬਣ ਜਾਂਦਾ ਹੈ। ਉਹਦੇ ਅੰਦਰ ਫਿਰ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਦੀ ਰੌਸ਼ਨੀ ਚਮਕਣ ਲੱਗ ਪੈਂਦੀ ਹੈ। ਫਿਰ ਉਹ ਆਪ ਤੇ ਅੰਧੇਰੇ ਵਿੱਚੋਂ ਨਿਕਲਦਾ ਹੈ, ਹੋਰਨਾਂ ਨੂੰ ਵੀ ਇਸ ਅਗਿਆਨਤਾ ਦੇ ਅੰਧੇਰੇ ਵਿੱਚੋਂ ਲੈ ਕੱਢ ਤੁਰਦਾ ਹੈ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰੂ ਮਿਲਿਆ ਆਏ। ਫਿਰ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਦੇ ਰਸਤੇ ਤੇ ਤੁਰਨਾ ਸਿੱਖ ਲਿਆ ਨਾ, ਆਪਣੇ ਪਹਿਲੇ ਕਦਮ ਨੂੰ ਹੀ ਗੁਰੂ ਦੇ ਰਸਤੇ ਤੇ ਤੋਰ ਲਿਆ, ਉਹਨਾਂ ਦਾ ਜੀਵਨ ਫਿਰ ਕੈਸਾ ਬਣਦਾ ਹੈ? ਉਹ ਇਹ ਆਖਦੇ ਹਨ, ਇਹ ਜੇ ਗੁਰੂ ਜੀ ਦਾ ਕੋਈ ਗਿਆਨ ਮਿਲਿਆ ਵਾ ਨਾ, ਇਹ ਕੋਈ ਪੂਰਬਲਾ ਕਰਮ ਮੈਂ ਚੰਗਾ ਕੀਤਾ ਹੋਵੇਗਾ, ਕੋਈ ਸੱਚ ਦੇ ਰਸਤੇ ਵਾਲੀ ਗੱਲ ਕੀਤੀ ਹੋਊਗੀ, ਕੋਈ ਮਨ ਵਿੱਚ ਕੋਈ ਗੁਰਮਤਿ ਦੇ ਪਿਆਰ ਤੇ ਪ੍ਰਥਾਏ ਕੋਈ ਸਾਂਝ ਬਣੀ ਹੋਊਗੀ, ਜਿਹਦੇ ਕਰਕੇ ਉਸ ਪੂਰਬਲੇ ਕਰਮ ਕਰਕੇ ਅੱਜ ਮੇਰਾ ਸੱਚਾ ਗੁਰੂ, ਮੇਰਾ ਸੱਚੇ ਗੁਰੂ ਦੀ ਰਮਜ਼, ਮੇਰੇ ਗੁਰੂ ਦਾ ਪਿਆਰ ਮੈਨੂੰ ਸਮਝ ਆਉਣ ਲੱਗਾ ਹੈ, ਤੇ ਮੇਰਾ ਜੀਵਨ ਗੁਰੂ ਦੇ ਰਸਤੇ ਤੇ ਤੁਰਨ ਲੱਗਾ ਹੈ। ਹੁਣ ਅਗਲਾ ਬੰਦ ਹੈ, ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਸਾਹਿਬ ਜੀ ਹੁਣ ਸਮਝਾ ਰਹੇ ਨੇ, ਕਹਿੰਦੇ ਹੇ ਮੇਰੇ ਮਨ, ਹਰ ਵੇਲੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਨਾ ਸੜਦਾ ਰਿਹਾ ਕਰ, ਹਰ ਵਕਤ ਭੁੱਖ ਨਾ ਕਰਦਾ ਰਿਹਾ ਕਰ, ਹਰ ਵਕਤ ਲਾਲਚ ਦੇ ਪਿੱਛੇ ਲੱਗ ਕੇ ਗਿਲੇ ਸ਼ਿਕਵੇ ਨਾ ਰੱਬ ਤੇ ਕਰਦਾ ਰਿਹਾ ਕਰ। ਇਹ ਲਾਲਚ ਕਦੀ ਨਹੀਂ ਹੋ ਮੁੱਕਣਾ, ਇਹ ਤ੍ਰਿਸ਼ਨਾ ਦੀ ਭੁੱਖ ਕਦੀ ਨਹੀਂ ਹੋ ਦੂਰ ਹੋਣੀ। ਲੱਖ 84 ਜਿਨ ਸਿਰੀ
ਸਭ ਸਹਿ ਦੇ ਆਧਾਰ। ਵਾਹਿਗੁਰੂ ਜੀ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਗੁਰਬਾਣੀ ਨਾਲ ਜੁੜੀ ਦਾ ਨਾ ਵੀਰ ਮੇਰਿਓ, ਹਿਰਦੇ ਦੇ ਕਪਾਟ ਖੁੱਲ ਜਾਂਦੇ ਨੇ। ਬਸ ਕਈ ਵਾਰੀ ਤੇ ਇੰਨਾ ਬੈਰਾਗ ਆ ਜਾਂਦਾ ਹੈ ਕਿ ਸਤਿਗੁਰੂ ਕੇ ਚਰਨਾਂ ਵਿੱਚ ਸੀਸ ਨਿਵ ਜਾਂਦਾ ਹੈ ਕਿ ਸਾਡੇ ਵਰਗੇ ਲਾਲਚੀ ਅਸੰਤੋਖੀ ਮਨੁੱਖ ਜੋ ਵਿਕਾਰਾਂ ਦੇ ਭਰੇ ਹਨ, ਜੋ ਨਿਤ ਬੱਚਿਆਂ ਵਾਂਗੂ ਲਾਲਚ ਦੇ ਵਿੱਚ ਫਸੇ ਹੋਏ ਹਨ। ਇੱਕ ਨਿਆਣਾ ਮੋਹ ਮਾਇਆ ਦੀ ਗੱਲ ਕਰੇ ਤੇ ਅਸੀਂ ਕਹਿ ਦਿੰਦੇ ਹਾਂ ਬੱਚਾ ਹੈ। ਅਸੀਂ ਤੇ ਸਿਆਣੇ ਸਮਝਦਾਰ ਹੋ ਕੇ ਵੀ ਬੱਚਿਆਂ ਤੋਂ ਵੀ ਜ਼ਿਆਦਾ ਭੁੱਖੇ ਹਾਂ। ਇਹ ਮਨ ਸਾਰੀ ਦਿਹਾੜੀ ਵਿਕਾਰ ਮੰਗਦਾ ਹੈ, ਤ੍ਰਿਸ਼ਨਾ ਦੀ ਭੁੱਖ ਦੇ ਵਿੱਚ ਵਿਆਕੁਲ ਹੈ। ਸਾਹਿਬ ਜੀ ਪਿਆਰ ਨਾਲ ਸਮਝਾਉਂਦੇ, 184 ਜਿਨ ਸਿਰੀ। ਜਿਸ ਪਰਿਪੂਰਨ ਪ੍ਰਮਾਤਮਾ ਨੇ ਇਤਨੇ ਜੀਵ ਧਰਤੀ ਤੇ ਪੈਦਾ ਕੀਤੇ, ਹਰ ਇੱਕ ਵਾਸਤੇ ਉਹਨਾਂ ਨੇ ਰਿਜ਼ਕ ਦਾ ਪ੍ਰਬੰਧ ਕੀਤਾ। ਸਭ ਸਹਿੰਦੇ ਆਧਾਰ। ਸਿੱਖਾ ਤੂੰ ਸੱਚ ਦੇ ਰਸਤੇ ਤੇ ਤੁਰ, ਗੁਰੂ ਦੇ ਸਿਧਾਂਤ ਨੂੰ ਅਪਣਾ, ਗੁਰੂ ਦੀ ਮੱਤ ਲੈ, ਸੱਚ ਬੋਲ, ਲੋਕਾਂ ਨੂੰ ਸੱਚਾ ਗਿਆਨ ਦੇ, ਸੱਚ ਦੇ ਨਾਲ ਜੋੜ, ਲੋਕਾਂ ਦੇ ਨੇਤਰ ਗਿਆਨ ਦੇ ਨਾਲ ਖੋਲ। ਰੋਟੀ ਦੀ ਚਿੰਤਾ ਨਾ ਕਰ, ਰੋਟੀ ਤੇਰੀ ਆਪਣੇ ਆਪ ਨਿਰੰਕਾਰ ਤੈਨੂੰ ਦੇ ਦੂਗਾ। ਇਹਦੀ ਚਿੰਤਾ ਨਾ ਕਰ। ਇਸ ਕਰਕੇ ਬੇਈਮਾਨੀ ਨਾ ਕਰ ਕਿ ਮੈਂ ਆਪਣਾ ਘਰ ਭਰਨਾ ਹੈ, ਮੇਰੇ ਬੱਚਿਆਂ ਦਾ ਕੀ ਹੋਊਗਾ। ਇਸ ਕਰਕੇ ਧੋਖਾ ਨਾ ਕਰ ਕਿਸੇ ਦੇ ਨਾਲ ਕਿ ਵੀ ਮੈਂ ਵੱਧ ਤੋਂ ਵੱਧ ਪੈਸੇ ਆਪਣੇ ਘਰ ਇਕੱਠੇ ਕਰ ਲਵਾਂ। ਇਸ ਗੱਲ ਦੀ ਚਿੰਤਾ ਕਰ ਕਿ ਸੱਚੇ ਰਸਤੇ ਤੇ ਤੁਰ ਕੇ ਤੇਰਾ ਜੀਵਨ ਸਫਲ ਹੋ ਜਾਵੇ। 184 ਜਿਨ ਸਿਰੀ। ਸਭ ਸਹਿ ਦੇ ਆਧਾਰ। ਜਿਨ ਜਿਸ ਪ੍ਰਭੂ ਨੇ ਸਿਰੀ ਪੈਦਾ ਕੀਤੀ ਹੈ, ਸਭ ਸਹਿ ਹਰੇਕ ਜੀਵ ਨੂੰ ਦੇ ਦਿੰਦਾ ਹੈ ਆਧਾਰ, ਰੋਜੀ। ਕਹਿੰਦੇ ਜਿਸ ਪਰਿਪੂਰਨ ਪਰਮਾਤਮਾ ਨੇ ਇਹ ਸਾਰੇ ਜੀਵ ਧਰਤੀ ਤੇ ਪੈਦਾ ਕੀਤੇ ਹਨ, ਉਹ ਹਰੇਕ ਜੀਵ ਨੂੰ ਰੋਜੀ ਰਿਜ਼ਕ ਦਿੰਦਾ ਹੈ। ਤੂੰ ਵੀ ਉਹਦੀ ਹੀ ਟੇਕ ਧਰ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਨਿਰਭਉ ਭੈ ਤੋਂ ਰਹਿਤ, ਸਦਾ ਦਿਆਲ। ਉਹ ਦਿਆਲੂ ਹੈ, ਕਿਰਪਾਲੂ ਹੈ। ਸ਼ਬਦ ਕਈ ਵਾਰੀ ਨਾ ਮਾਫ ਕਰਨਾ, ਸਮਾਂ ਕਈ ਵਾਰੀ ਜ਼ਿਆਦਾ ਲੱਗ ਜਾਂਦਾ ਹੈ, ਪਰ ਸ਼ਬਦ ਦੀਆਂ ਗਹਿਰਾਈਆਂ 'ਚ ਜਾਣਾ ਉੱਪਰੋਂ ਜੀ ਨਹੀਂ ਕਰਦਾ ਕਿ ਲੰਘ ਜਾਈਏ, ਬਸ ਅਰਥ ਕਰੀਏ, ਲੰਘ ਜਾਈਏ। ਡੂੰਘਾਈ ਜਿਹੜੀ ਹੈ ਨਾ ਸ਼ਬਦ ਵਿੱਚ ਹੈ ਕੀ ਹੈ, ਉਹ ਭੋਜਨ ਅਸਲੀ ਹੈ। ਉਹ ਭੋਜਨ ਅਸਲੀ ਹੈ, ਜੇ ਉਹ ਖਾਵਾਂਗੇ ਤੇ ਰਸ ਆਊਗਾ। ਨਿਰਭਉ, ਹੁਣ ਇੱਕ ਬੰਨੇ ਨਿਰਭਉ ਸ਼ਬਦ ਸਾਹਿਬ ਕਹਿੰਦੇ, ਦੂਜੇ ਬੰਨੇ ਕਹਿ ਰਹੇ ਸਦਾ ਦਿਆਲ ਹੈ। ਚੇਤਾ ਰੱਖਿਓ, ਜਿਸ ਮਨੁੱਖ ਦੇ ਅੰਦਰ ਨਿਰਭੈਤਾ ਹੋਵੇਗੀ ਨਾ, ਆਪਾਂ ਕਹਿੰਦੇ ਨਿਡਰਿਆ, ਉਹ ਅਤਿਆਚਾਰੀ ਬਣ ਜਾਵੇਗਾ। ਸੰਸਾਰੀ ਮਨੁੱਖ ਜਿਹੜੇ ਕਹਿੰਦੇ ਅਸੀਂ ਕਿਸੇ ਤੋਂ ਨਹੀਂ ਡਰਦੇ, ਉਹ ਅਤਿਆਚਾਰੀ ਬਣ ਗਏ। ਪਰ ਸਾਹਿਬ ਕਹਿੰਦੇ ਉਹ ਪਰਿਪੂਰਨ ਪ੍ਰਮਾਤਮਾ ਐਸਾ ਨਹੀਂ ਹੈ। ਉਹ ਨਿਰਭਉ ਹੈ, ਪਰ ਉਹ ਅਤਿਆਚਾਰੀ ਨਹੀਂ ਹੈ। ਇਹ ਨਹੀਂ ਕਿ ਜੇ ਉਹਨੂੰ ਕਿਸੇ ਦਾ ਡਰ ਨਹੀਂ ਤੇ ਉਹ ਅਤਿਆਚਾਰੀ ਬਣ ਗਿਆ। ਉਹ ਨਿਰਭਉ ਸਦਾ ਦਿਆਲ ਹੈ। ਉਹ ਹੈ ਨਿਡਰਿਆ ਪਰ ਦਿਆਲੂ ਹੈ, ਦਇਆ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਸਭ ਨਾ ਕਰਦਾ ਸਾਰ। ਅਸੀਂ ਕੇਵਲ ਆਪਣੇ ਬੱਚਿਆਂ ਦੇ ਮੂੰਹ 'ਚ ਰੋਟੀ ਪਾਉਣ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੜਫਦੇ ਹਾਂ। ਸਾਰਾ ਦਿਨ ਧੰਦੇ 'ਚ ਲੱਗੇ ਹਾਂ, ਬੇਈਮਾਨੀ 'ਚ ਲੱਗੇ ਹਾਂ, ਧੋਖਾ ਦੇ ਰਹੇ ਹਾਂ, ਫਰੇਬ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਚੰਦ ਰੋਟੀਆਂ ਦੇ ਟੁਕੜੇ ਪਾਉਣ ਵਾਸਤੇ। ਪਰ ਉਹ ਨਿਰੰਕਾਰ ਸਾਰਿਆਂ ਨੂੰ ਦੇ ਰਿਹਾ ਹੈ, ਹਰੇਕ ਮਨੁੱਖ ਨੂੰ ਦੇ ਰਿਹਾ ਹੈ, ਹਰੇਕ ਮਨੁੱਖ ਦੀਆਂ ਝੋਲੀਆਂ ਭਰ ਰਿਹਾ ਹੈ। ਕੈਸਾ ਉਹ ਪਿਆਰਾ ਨਿਰਮਲ ਹੈ। ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਸਾਰਿਆਂ ਦੀ ਸਾਰ ਕਰਦਾ ਹੈ। ਆਖਰੀਆਂ ਪੰਕਤੀਆਂ ਨੇ, ਨਾਨਕ ਗੁਰਮੁਖ ਬੂਝੀਐ ਪਾਈਐ ਮੋਖ ਦੁਆਰ। ਗੱਲ ਇੱਥੇ ਹੈ। ਨਾਨਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਰਹਿ ਕੇ ਨਾ, ਗੁਰੂ ਜੀ ਦੇ ਉਪਦੇਸ਼ਾਂ ਦੇ ਰਾਹੀਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਇਸ ਬੁਝਾਰਤ ਨੂੰ ਬੁੱਝ ਲੈਂਦਾ ਨਾ ਕਿ ਉਹ ਨਿਰੰਕਾਰ ਹੀ ਹੈ, ਜੋ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ, ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ। ਜਿਹਨੂੰ ਇਹ ਬੁਝਾਰਤ ਸਮਝ ਆ ਜਾਂਦੀ ਹੈ ਨਾ, ਪਾਈਐ ਮੋਖ ਦੁਆਰ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਜਿਉਂਦਿਆਂ ਜੀ ਮੋਕਸ਼ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਉਂਦਿਆਂ ਜੀ ਉਹ ਸੱਚ ਦੇ ਰਸਤੇ ਤੁਰ ਪੈਂਦਾ ਹੈ। ਉਹ ਜ਼ਿੰਦਗੀ ਜਿਉਂਦਿਆਂ ਨਿਰੰਕਾਰ ਵਿੱਚ ਅਭੇਦ ਹੋ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ 36 ਨੰਬਰ ਸ਼ਬਦ ਹੈ। ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਆਪ ਜੀ ਨੂੰ ਖੁੱਲ੍ਹ ਕੇ ਗੁਰਬਾਣੀ ਬਾਰੇ ਦੱਸਣ ਦੀ। ਸ਼ਬਦ ਲੰਬਾ ਹੈ, ਜੇ ਆਪਾਂ ਇਸ ਸ਼ਬਦ ਨੂੰ ਮਾਫ ਕਰਨਾ
जे 45-20 मिनट 40 मिनट लग जाते ने, कई बारी जी नहीं करता कि भी केवल पंक्ति तो पंक्ति अर्थ करके अगे लंघ जाइए, क्योंकि कई जगह भंबल भूसे बहुत साडे च पाए हुए ने। तो गुरमत की कसवट्टी ते आपां गुरबाणी नूं समझना है। गुरबाणी की कहती है, सतगुर का सिद्धांत है, ऐ कर करे सो ऐ कर पाए। साहब कहते जे इस हाथ नाल तू गुनाह करदा ना, दूजे नाल उसे वक्त मिल जाना है। इस संसार दे विच ही है, इत्थे जो बीजांगे वो प्राप्त करांगे। इस करके कोशिश ये करिए अपना पुरबला मीनस अज प्रैजेंट नूं चंगा बनाइए, फ्यूचर आपे चंगा बन जाएगा। कई मैनूं सवाल करते हैं, भाई साहब जी कल नूं जे असीं अज बाणी पढ़ीए इहदा मतलब भी सानूं स्वर्ग मिल जूगा? तो मैं इस गल दे जवाब दे देना चाहुंदा, बाबा कबीर जी नूं पुछ लीए कि बाबा कबीर जी तुसीं परमात्मा की भगती स्वर्ग वास्ते कर रहे हो? बाबा कबीर जी कहते, क्या नरक क्या स्वर्ग विचारा संतन दो राधे, हम काहूँ की कान ना कढ़ते अपने गुर प्रसादे। मैं स्वर्ग नरक वास्ते नहीं अपने प्रीतम की भगती करदा, मैं इस करके उहदे चरनां च जुड़दा क्योंकि जिद्दण दा मैं उहदे नाल जुड़ना शुरू कीता ना, आ संसारी लोकां दी ईन मननी बंद कर दित्ती है। जिहड़े मन विच डर सी ना, ये मुक गए ने। हुण जिंदगी मोक्ष की प्राप्ति इज्जत वाली जिंदगी लगती है। जीवन मुक्त एक आज़ादी की सोच, एक आज़ादी की हवा का एहसास होंदा है। ये है परमात्मा का ज्ञान, ये है परमात्मा की रमज। जिहदे पल्ले पै जावे वो गुरु वाला बन जाता है। सो आप सारियां दा बहुत बहुत धन्नवाद जिहड़े समा कढ़ के लाइव गुरबाणी सरवण करते हैं। बेअंत भुल्लां गलतियां, क्योंकि चलंत विच जदों आपां गल करते हैं कई बारी शब्द जिहड़े ने उचारण दे विच कमी आ जाती है। मैं कोई विद्वान नहीं गा, ना मैं कोई सियाणा समझदार हाँ, तुहाडे चरनां दी खाक हाँ, गुरु की संगतां दी। तुसीं प्यार दे रहे हो, कोशिश कर रहे हैं अपनी मेहनत नाल सतगुरु की असीस नाल तुहाडे सामने पेश होया जावे गुरबाणी लैके। मलेशिया के वीरां दी संगत ते हुक्म के उपर स्पैशली ग्लोबल गुरबाणी विचार जिहड़ा है ग्रुप तैयार किया गया है, होर यूरोप दीयां सारियां संगतां वास्ते। इवें ही जिहड़ा पहला ग्लोबल गुरबाणी विचार जिथे अमेरिका कनेडा ते होर संगतां जिहड़ियां शामिल ने, धन्नवाद। होईयां भुल्लां गलतियां दी माफ़ी बख्श दिओ जी। वाहिगुरू जी का खालसा, वाहिगुरू जी की फतेह।